है कि सहज पाठ जो श्री गुरु तेग बहादुर साहिब सच्चे पातशाह जी के 400 साला प्रकाश पुरब ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਜੋ ਸਹਿਜ ਪਾਠ ਚੱਲ ਰਹੇ ਨੇ ਸਿੱਖ ਚੈਨਲ ਤੋਂ ਸੋ ਉਹ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਹਿਜ ਪਾਠ ਜਿਹੜੇ ਉਹ 6:30 ਵਜੇ ਆਰੰਭ ਹੁੰਦੇ ਨੇ। ਸਾਨੂੰ ਬਦਲਣਾ ਪਿਆ ਜੀ ਕੁਝ ਟਾਈਮ ਲਈ ਕਿਉਂਕਿ ਜਿੰਨਾ ਚਿਰ ਸਹਿਜ ਪਾਠ ਚੱਲਦੇ ਨੇ ਉਹਨਾਂ ਚਿਰ ਇਹ ਸਮਾਂ 5:30 ਤੋਂ 6:30 ਦਾ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਕੇਬਲ ਲਾਅ ਐਂਡ ਸੋਲਿਸਿਟਰ ਦੀ ਪੂਰੀ ਟੀਮ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਆ ਜੀ ਤੇ ਉਹਨਾਂ ਦੇ ਨਾਲ ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਤੇ ਤੁਸੀਂ ਵੀ ਆਪਣੀਆਂ ਕਾਲ ਲਾਈਨ ਜਿਹੜੀਆਂ ਉਹ ਤੁਹਾਡੇ ਵਾਸਤੇ ਖੋਲ ਦਿੱਤੀਆਂ ਨੇ। ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਸਵਾਲ ਤੁਸੀਂ ਪੁੱਛਣਾ ਹੋਵੇ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਮਸਲੇ ਨੇ ਜਿਹੜੇ ਕਿ ਆ ਰਹੇ ਨੇ। ਸੋ ਉਹ ਜਿਹੜੇ ਮਸਲੇ ਆ ਰਹੇ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਵੇ। ਕਈ ਪ੍ਰੋਬਲਮਾਂ ਵੀ ਕ੍ਰੀਏਟਸ ਹੋ ਗਈਆਂ ਨੇ ਤੇ ਕਈ ਜਿਹੜੇ ਸਰਦਾਰ ਕੇਵਲ Stop streaming. ਹੈਲੋ ਹਾਂਜੀ ਅੱਜ ਜਿਹੜਾ ਸਾਡੀ ਟੀਮ ਅਸੀਂ ਉਸ ਨੂੰ ਫਤਿਹ ਜਿਹੜੀ ਆ ਉਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਵੇਲੇ ਸਰਦਾਰ ਕੇਵਲ ਸਿੰਘ ਜੀ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਹੈ ਜੀ। ਉਹਨਾਂ ਦਾ ਪਾਸੇ ਹੀ ਹੈ। ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ। ਚਰਨਜੀਤ ਸਿੰਘ ਜੀ ਦੀ ਲਾਈਨ ਜਿਹੜੀ ਹੈਗੀ ਹੈ ਕੁਛ ਦੇਰ ਵਾਸਤੇ ਖਰਾਬ ਹੋ ਗਈ ਹੈ। ਆਮ ਸ਼ੋਰ ਉਹ ਥੋੜੀ ਦੇਰ 'ਚ ਸਾਨੂੰ ਜੁਆਇਨ ਕਰਨਗੇ। ਕਿਸੇ ਵੀ ਭੈਣ ਭਰਾ ਦਾ ਕੋਈ ਸਵਾਲ ਹੈਗਾ ਉਹ ਸਾਡੇ ਸਟੂਡੀਓ ਲਾਈਨ ਤੇ ਸਾਨੂੰ ਫੋਨ ਕਰ ਸਕਦੇ ਆ। ਸੋ ਪਲੀਜ਼ ਆਪਣੇ ਸਵਾਲ ਤੁਸੀਂ ਸਾਨੂੰ ਫੋਨ। ਮੇਰੇ ਨਾਲ ਮੇਰੇ ਡੈਡ ਹੈਗੇ ਨੇ ਕੇਵਲ ਸਿੰਘ ਜੀ ਐਂਡ ਸਾਡੇ ਵੱਡੇ ਵੀਰ ਹੈਗੇ ਆ ਲਖਵਿੰਦਰ ਸਿੰਘ ਜੀ। ਸਾਡੀ ਵਕੀਲਾਂ ਦੀ ਟੀਮ ਤੁਸੀਂ ਦੇਖਦੇ ਹੀ ਆ ਹਰ ਇੱਕ ਵੀਕ ਐਂਡ ਹਾਂਜੀ ਜਿਹੜਾ ਸਕਾਟਲੈਂਡ ਦੇ ਵਿੱਚ ਹਾਸਾ ਹੋਇਆ ਹੈਗਾ ਆਪਣੇ ਬੱਚੇ ਨਾਲ ਜਾਂ ਵੀਰ ਦੇ ਨਾਲ, ਬੜੀ ਮਾੜੀ ਗੱਲ ਹੋਈ ਹੈਗੀ ਆ। ਪਰ ਅਸੀਂ ਆਲਰੇਡੀ
ਬਹੁਤ ਵਾਰ ਆਪਣੇ ਭੈਣਾਂ ਭਰਾਵਾਂ ਨੂੰ ਇਹੀ ਸਲਾਹ ਦਿੰਦੇ ਆ ਕਿ ਵੀ ਆਪੋ ਆਪਣਾ ਜਾਣੀ ਕਿ ਵਕੀਲ ਨੂੰ ਮਿਲ ਕੇ, ਭਾਵੇਂ ਤੁਸੀਂ ਥੋੜ੍ਹੇ ਚਿਰ ਦੇ ਹੀ ਕੱਚੇ ਹੈਗੇ ਆ, ਪਰ ਵੀ ਸਲਾਹ ਲੈਣੀ ਚਾਹੀਦੀ ਆ ਕਿ ਜਿਹੜਾ ਤੁਹਾਨੂੰ ਇੱਦਾਂ ਕੋਈ ਖਾਸ ਪਰੇਸ਼ਾਨੀ ਨਾ ਆਵੇ। ਮੇਰੀ ਹੱਥ ਜੋੜ ਕੇ ਬੇਨਤੀ ਇਹੀ ਆ ਸਾਰਿਆਂ ਨੂੰ ਕਿ ਜਿਹੜੇ ਵੀ ਮੇਰੇ ਭੈਣ ਭਰਾ ਇਸ ਸਟੇਜ ਦੇ ਵਿੱਚ ਹੈਗੇ ਆ, ਆਪਣੇ ਲਾਗੇ ਵਕੀਲ ਨੂੰ ਜਾਂ ਸਾਨੂੰ ਕਮ ਅਸੀਂ ਇਸ ਕਰਕੇ ਬੈਠੇ ਆ ਕਿ ਵੀ ਜਿਹੜੀ ਤੁਹਾਡੀ ਵੱਧ ਤੋਂ ਵੱਧ ਅਸੀਂ ਸੇਵਾ ਕਰ ਸਕੀਏ। ਸੋ ਪਲੀਜ਼ ਤੁਸੀਂ ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਵੱਧ ਤੋਂ ਵੱਧ ਸਲਾਹ ਦੇਵਾਂਗੇ। ਥੈਂਕ ਯੂ। ਇਸ ਤੋਂ ਇਲਾਵਾ ਮੈਂ ਸਿਰਫ ਕਹਿਣਾ ਚਾਹੁੰਦਾ ਕਿ ਜਿਹੜੀ ਪੀਟੀ ਪਟੇਲ ਦੀ ਪਾਲਿਸੀਜ਼ ਹੈਗੀ ਕਾਫੀ ਰੋਬਸਟ ਪਾਲਿਸੀਜ਼ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇੰਡੀਆ ਨਾਲ ਡੀਲ ਕੀਤੀ ਸੀਗੀ, ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਮੋਦੀ ਸਾਹਿਬ ਨਾਲ, ਤੇ ਉਹਨਾਂ ਨੇ ਅਗਰੀਮੈਂਟ ਦੇ ਵਿੱਚ ਇੱਕ ਕਿਸਮ ਦਾ ਫਾਸਟ ਟਰੈਕ ਦੇ ਸਿਸਟਮ ਦੇ ਵਿੱਚ ਉਹਨਾਂ ਨੇ ਅਗਰੀ ਕੀਤਾ ਹੈਗਾ, ਜਿਹਦੇ ਵਿੱਚ ਰਿਮੂਵਲ ਜਿਹੜੇ ਇਲੀਗਲ ਰਹਿੰਦੇ ਓਵਰਸਟੇ ਰਹਿੰਦੇ ਹੈਗੇ ਆ, ਉਹ ਇੱਕ ਅਗਰੀਮੈਂਟ ਦੇ ਨਾਲ ਪ੍ਰੋਸੈਸ ਹੋ ਸਕਦੇ ਆ, ਫਾਸਟ ਟਰੈਕ ਰਿਮੂਵਲ ਹੋ ਸਕਦੀ ਹੈ। ਸੋ ਮੇਰੇ ਸਿਰਫ ਬੇਨਤੀ ਹੈਗੀ ਭੈਣ ਭਰਾਵਾਂ ਦੇ ਨਾਲ, ਇਹ ਤੁਹਾਡੀ ਕੋਈ ਸਟੇਟਸ ਹੈਗੀ ਹੈ ਜਾਂ ਤੁਹਾਡਾ ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਵਕੀਲ ਸਾਹਿਬ ਨਾਲ ਗੱਲ ਕਰ ਸਕਦੀ ਹਾਂ? ਹਾਂਜੀ ਕਰੋ ਜੀ। ਤੁਸੀਂ ਗੱਲ ਕਰ ਰਹੇ ਹੋ? ਹਾਂਜੀ ਦੱਸੋ। ਹੈਲੋ। ਹਾਂਜੀ ਭੈਣ ਜੀ ਗੱਲ ਕਰੋ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਮੈਂ ਵਕੀਲ ਸਾਹਿਬ ਨਾਲ ਗੱਲ ਕਰ ਸਕਦੀ ਹਾਂ? ਹਾਂਜੀ ਮੈਂ ਵਕੀਲ ਹੀ ਬੋਲ ਰਿਹਾ ਭੈਣ ਜੀ, ਤੁਸੀਂ ਗੱਲ ਕਰੋ। ਹਾਂਜੀ ਦੱਸੋ। ਹਾਂਜੀ ਭਾਜੀ, ਆਪਾਂ ਪਾਰਲੀਮੈਂਟ ਜਿਹੜਾ ਭੇਜਣੀ ਬਣਾ ਕੇ ਇੰਡੀਆ ਨੂੰ, ਕਿੱਦਾਂ ਭੇਜ ਸਕਦੇ ਹਾਂ ਹੁਣ ਆਪਾਂ? ਹਾਂਜੀ ਬਿਲਕੁਲ, ਪਰਮਿਟ ਬਣਾਉਣ ਨੂੰ ਤੁਸੀਂ ਬਣਾ ਸਕਦੇ ਆ, ਭੇਜਣ ਨੂੰ ਭੇਜ ਵੀ ਸਕਦੇ ਆ। ਪ੍ਰੋਬਲਮ ਇਹ ਹੈ ਕਿ ਮੋਰੇ ਹੁਣ ਕਿਉਂਕਿ ਇੰਡੀਆ ਰੈੱਡ ਲਿਸਟ 'ਚ ਹੈ, ਸੋ ਯੂ ਨੋ ਹਜੇ ਆਈ ਥਿੰਕ ਸਮਝਦਾਰੀ ਇਹ 'ਚ ਹੈ ਵੀ ਆਪਾਂ ਮਾੜਾ ਜਿਹਾ ਵੇਟ ਕਰੀਏ, ਹੈ ਨਾ। ਫਲਾਈਟਾਂ ਖੋਲ ਜਾਣ ਤਾਂ ਫਿਰ ਪਰਮਿਟ ਵਗੈਰਾ ਤੁਸੀਂ ਭੇਜ ਸਕਦੇ ਆ। ਹਾਂਜੀ ਠੀਕ ਹੈ। ਆਪਣਾ ਆਫਿਸ ਕਿੱਥੇ ਆ ਜੀ? ਸਾਡੇ ਆਫਿਸ ਹੈਗੇ ਇੱਥੇ ਬਰਮਿੰਘਮ ਸੋਹ ਰੋਡ ਤੇ, ਟੈਲਫਰਡ ਸ਼ਰੂਸਬਰੀ 'ਚ ਵੀ ਹੈਗਾ, ਪੰਜਾਬ 'ਚ ਵੀ ਹੈਗਾ ਜੀ, ਕਿਰਾਇਆ 'ਚ। ਅੱਛਾ, ਨਹੀਂ ਆਪਾਂ ਇੱਥੇ ਸੁਖ ਰੋਡ ਤੇ ਮਿਲ ਸਕਦੇ ਹਾਂ? ਸੁਖ ਰੋਡ ਤੇ ਕਿੱਥੇ ਕਰਕੇ ਆ? ਸੋਹ ਰੋਡ ਤੇ ਭੈਣ ਜੀ ਇਹ ਹੈਗਾ, ਵਿਚਾਲੇ ਹੀ ਆ ਜਾਂਦਾ ਸੋਹ ਰੋਡ ਤੇ। ਸਾਡਾ ਐਡਰੈਸ ਆ ਰਿਹਾ ਹੁਣ ਸਕਰੀਨ ਤੇ, ਤੁਸੀਂ ਯੂ ਨੋ ਦੇਖ ਸਕਦੇ ਹੋ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਸਰ ਜੀ, ਥੈਂਕ ਯੂ ਸਰ। ਪੰਜੇ ਦਿਨ ਖੁੱਲ੍ਹਾ ਹੁੰਦਾ ਹੈ? ਹਾਂਜੀ ਭੈਣ ਜੀ 5 ਦਿਨ ਖੁੱਲੇ ਹੁੰਦੇ ਆ। ਅਪਾਇੰਟਮੈਂਟ ਬਣਾ ਕੇ ਤੁਹਾਡੇ ਨਾਲ ਫਿਰ ਆ ਸਕਦੇ ਆ ਨਾ, ਜਾਂ ਉਦਾਂ ਹੀ ਆ ਸਕਦੇ ਆ? ਭੈਣ ਜੀ ਹਜੇ ਵੀ ਕਰੋਨਾ ਦਾ ਮਾੜਾ ਜਿਹਾ ਡਰ ਹੈਗਾ, ਸੋ ਬੇਨਤੀ ਇਹ ਹੈ ਵੀ ਤੁਸੀਂ ਪਲੀਜ਼ ਮਾੜਾ ਜਿਹਾ ਫੋਨ ਕਰ ਲਿਆ ਕਰਿਓ ਪਹਿਲਾਂ, ਜਦੋਂ ਵੀ ਆਉਣਾ ਹੋਇਆ ਤਾਂ ਆਪਾਂ ਉਸ ਤੁਹਾਨੂੰ ਮਿਲ ਲਾਂਗੇ। ਤੁਸੀਂ ਫੋਨ ਤੇ ਕਰਿਓ, ਅਪਾਇੰਟਮੈਂਟ ਲੈ ਕੇ ਭੈਣ ਜੀ, ਫਿਰ ਉਹਦੇ ਨਾਲ ਫਿਰ ਥੋੜਾ ਬੰਦਾ ਫਿਰ ਬੈਠਾ ਨਹੀਂ ਜਾਂਦਾ ਹੈਗਾ, ਫਿਰ ਅਪਾਇੰਟਮੈਂਟ ਟਾਈਮ ਸਲਾਟ ਤੁਹਾਨੂੰ ਮਿਲ ਜਾਂਦੀ ਹੈਗੀ, ਜਿੱਥੇ ਅਸੀਂ ਤੁਹਾਨੂੰ ਸਮੇਂ ਦੇ ਸਕਦੇ ਹਾਂ। ਠੀਕ ਹੈ ਜੀ। ਠੀਕ ਹੈ ਜੀ। ਕਿਹੜੇ ਪੇਪਰ ਦੇ ਡਾਕੂਮੈਂਟ ਚਾਹੀਦੇ ਆਪਾਂ ਨੂੰ? ਚਾਹੀਦਾ ਹੁੰਦਾ ਵੀ ਜਿਹੜੀ ਤੁਹਾਡੀ ਆਪਣੀ ਆਈਡੀ ਹੈ, ਮਤਲਬ ਕਿ ਤੁਹਾਡਾ ਪਾਸਪੋਰਟ ਹੋਵੇ, ਉਹ ਚਾਹੀਦਾ। ਤਾਂ ਜਿਨ੍ਹਾਂ ਨੂੰ ਤੁਸੀਂ ਰਾਹਦਾਰੀ ਪਾਉਣੀ ਆ ਉਹਨਾਂ ਦਾ ਨਾਂ ਤਾਂ ਐਡਰੈਸ ਚਾਹੀਦਾ। ਬਾਕੀ ਜਿਹੜੇ ਤੁਸੀਂ ਨਾਲ ਡਾਕੂਮੈਂਟ ਆਪਣੇ ਲਾਉਣੇ ਆ ਉਹ ਕੁਛ ਇਸ ਤਰ੍ਹਾਂ ਦੇ ਹੁੰਦੇ ਆ ਵੀ ਤੁਸੀਂ ਆਪਣਾ ਇੱਥੇ ਆਪਣੀ ਆਮਦਨ ਦਾ ਦਿਖਾਉਣਾ, ਮਤਲਬ ਕਿ ਤੁਹਾਡੀ ਪੇ ਸਲਿੱਪਾਂ, ਬੈਂਕ ਸਟੇਟਮੈਂਟਾਂ ਵਗੈਰਾ ਤੁਸੀਂ ਆਪਣੇ ਘਰ ਦਾ ਦਿਖਾ ਸਕਦੇ ਆ। ਜੇ ਤੁਹਾਡੇ ਕਿਰਾਏ ਤੇ ਆ ਤਾਂ ਕੋਈ ਰੈਂਟ ਅਗਰੀਮੈਂਟ ਲਾ ਸਕਦੇ ਆ, ਜੇ ਤੁਹਾਡਾ ਆਪਣਾ ਆ ਤਾਂ ਤੁਸੀਂ ਮੋਰਗੇਜ ਡੀਡ ਲਾ ਸਕਦੇ ਹੋ, ਮੋਰਗੇਜ ਸਟੇਟਮੈਂਟ ਲਾ ਸਕਦੇ ਆ। ਆਪਣਾ ਹੀ ਹੈ ਜਿੱਦਾਂ ਆਪਣਾ। ਠੀਕ ਹੈ ਜੀ। ਹਾਂਜੀ ਤੁਸੀਂ ਡੀਡ ਆਪਣੀ ਲਾ ਲਿਓ, 6 ਮਹੀਨੇ ਬੈਂਕ ਸਟੇਟਮੈਂਟ ਦਾ ਵੇਜ ਸਲਿੱਪਾਂ ਲਾ ਲਿਓ। ਹਾਂਜੀ ਠੀਕ ਹੈ ਜੀ। ਓਕੇ, ਥੈਂਕ ਯੂ। ਥੈਂਕ ਯੂ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਪਿਆਰੇ ਦਰਸ਼ਕੋ, ਕੋਈ ਹੋਰ ਵੀ ਤੁਸੀਂ ਸਾਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਮੈਂ ਖਿਮਾ ਚਾਹੁੰਦਾ ਤੁਹਾਡੇ ਕੋਲੋਂ ਕੁਝ ਟਾਈਮ ਲਈ ਡਿਸਕਨੈਕਟ ਹੋ ਗਿਆ ਸੀਗਾ। ਸੋ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਹੈ ਇਸ ਵੇਲੇ ਤੇ ਕੁਐਸਚਨ ਤੁਸੀਂ ਪੁੱਛ ਰਹੇ ਹੋ। ਤੇ ਮੈਂ ਗੱਲ ਕਰ ਰਿਹਾ ਸੀਗਾ ਸਰਦਾਰ ਕੇਵਲ ਸਿੰਘ ਜੀ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਇਸ ਵੇਲੇ ਇਮੀਗ੍ਰੇਸ਼ਨ ਦੇ ਜਿਹੜੇ ਕੁਝ ਲਾਅ ਚੇਂਜਸ ਹੋਏ ਨੇ, ਖਾਸ ਕਰਕੇ ਆਪਾਂ ਡਿਸਕਸ ਕਰਨੀ ਹੈ ਕਿ ਜਿਹੜੇ ਸਰਕਾਰ ਦੇ ਵੱਲੋਂ ਇੰਡੀਅਨ ਗਵਰਨਮੈਂਟ ਦੇ ਨਾਲ ਇੱਕ ਜਿਹੜੀ ਟ੍ਰੀਟੀ ਬਣਾਈ ਹੈ, ਇੱਕ ਸੰਧੀ ਕੀਤੀ ਹੈ ਜਾਂ ਕੋਈ ਐਗਰੀਮੈਂਟ ਕੀਤਾ ਆ ਕਿ 3000 ਜਿਹੜੇ ਨੇ ਬੱਚੇ ਉੱਥੋਂ ਲਿਆਉਣੇ ਨੇ 18 ਸਾਲ ਤੋਂ 30 ਸਾਲ ਦੇ, ਪਰ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ, ਉਹਨਾਂ ਤੇ ਛਾਪੇਮਾਰੀ ਕਰਕੇ। ਤੇ ਸਰ ਕੇਵਲ ਸਿੰਘ ਜੀ, ਇਹਦੇ ਬਾਰੇ ਤੁਸੀਂ ਜਿਹੜਾ ਕਾਨੂੰਨ ਸਰਕਾਰ ਨੇ ਬਣਾਇਆ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਹਾਲੇ ਕਾਨੂੰਨ ਬਣਿਆ ਨਹੀਂ ਹੈਗਾ ਇਹਦੇ ਬਾਰੇ, ਜਾਣੀ ਕਿ ਬਣ ਜਾਏਗਾ ਥੋੜੇ ਚਿਰ ਤੇ, ਜਦੋਂ ਇਹਨਾਂ ਦਾ ਹੋ ਗਿਆ ਮੀਟਿੰਗ, ਜਾਣੀ ਕਿ ਇਹਦੇ ਬਾਰੇ ਜਾਣੀ ਕਿ ਬਹੁਤ ਪੋਜ਼ਿਟਿਵਲੀ ਆ ਕਿ ਵੀ ਛੇਤੀ ਬਣ ਜਾਣਾ ਆ। ਤੇ ਜਿਹੜੇ ਸਾਡੇ ਭੈਣ ਭਰਾ ਇੱਥੇ ਆ ਉਹਨਾਂ ਨੂੰ ਮੈਂ ਇਹੀ ਸਲਾਹ ਦਊਂਗਾ ਕਿ
ਸਾਨੂੰ ਥੋੜਾ ਬੜਾ ਕਾਨੂੰਨ ਦੇ ਵਿੱਚ ਹੀ ਰਹਿਣਾ ਪੈਣਾ ਕਿ ਕਾਨੂੰਨ ਜੋ ਸਰਕਾਰ ਦਾ ਆ ਸਾਨੂੰ ਉਹ ਮੰਨਣਾ ਪੈਣਾ ਹੈ ਜੀ। ਕਿ ਦੂਜੀ ਗੱਲ ਹੈਗੀ ਕਿ ਉਹਨਾਂ ਭਰਾਵਾਂ ਨੂੰ ਜਿਹੜੇ ਕੱਚੇ ਆ, ਚਾਹੇ ਇਹ ਨਾ ਵੇਟ ਕਰਨ ਮੈਂ 20 ਸਾਲ ਦੇ ਵੇਟ ਤੇ ਲਾਉਣੀ ਆ ਫਾਈਲ, ਜਾਂ ਮੈਂ 12 ਸਾਲ ਤੇ ਲਾਉਣੀ ਆ, ਪਹਿਲਾਂ ਵੀ ਲੱਗ ਸਕਦੀ ਆ। ਅਗਰ ਤੁਸੀਂ ਆਪਣੇ ਚੰਗੇ ਵਕੀਲ ਦੇ ਨਾਲ ਸਲਾਹ ਕਰਕੇ, ਮਸ਼ਵਰਾ ਕਰਕੇ ਉਹਦੇ ਨਾਲ ਸਲਾਹ ਕਰੋ, ਤੁਹਾਨੂੰ ਦੱਸੇਗਾ ਵੀ ਕਿੱਥੇ ਕਿਸੇ ਤਰੀਕੇ ਨਾਲ ਕਿੱਦਾਂ ਆਪਾਂ ਕਰ ਸਕਦੇ ਹਾਂ। ਵਕੀਲ ਹੁੰਦਾ ਹੀ ਇਸ ਕਰਕੇ ਆ ਵੀ ਕੁੰਡੀ ਮਰਵਾਉਣ ਲਈ ਹੈ ਜੀ। ਤੇ ਆਮ ਸ਼ੋਰ ਕਿਤੇ ਤੁਹਾਡਾ ਟਾਂਕਾ ਫਿੱਟ ਹੋ ਜਾਏਗਾ ਤੇ ਤੁਸੀਂ ਮਿਲੋ ਆਪਣੇ ਲਾਗੇ ਵਕੀਲ ਨੂੰ, ਉਹਨੂੰ ਸਾਰਾ ਆਪਣੀ ਕਹਾਣੀ ਦੱਸੋ ਤੇ ਉਹਦੀ ਕਹਾਣੀ ਸੁਣੋ, ਉੱਦਾਂ ਚੱਲੋ ਜਿੱਦਾਂ ਤੁਹਾਨੂੰ ਵਕੀਲ ਐਡਵਾਈਸ ਕਰਦਾ। ਵੀ ਏਦਾਂ ਲੁੱਕ ਕੇ ਰਹਿਣਾ ਬਾਹਲਾ ਚੰਗੀ ਗੱਲ ਨਹੀਂ ਹੈਗੀ। ਇਹਦੇ ਚ ਨੁਕਸਾਨਬਾਜ਼ੀ ਹੈ ਕਿ ਕੋਈ ਫੜ ਲੈਣਾ ਤਾਂ ਫਿਰ ਉਹਨਾਂ ਨੇ ਤੁਹਾਨੂੰ ਚੱਕ ਕੇ ਭੇਜ ਹੀ ਦੇਣਾ। ਜਦੋਂ ਕਾਨੂੰਨ ਬਣ ਗਿਆ ਤੇ ਫਾਸਟ ਟਰੈਕ ਹੋਣਾ, ਉਹਨਾਂ ਨੇ ਤੁਹਾਨੂੰ ਚਾਂਸ ਵੀ ਨਹੀਂ ਦੇਣਾ ਅਪੀਲ ਕਰਨੇ ਦਾ ਕੁਝ ਵੀ। ਸੋ ਪਹਿਲਾਂ ਹੀ ਸਾਨੂੰ ਚੇਤੰਨ ਹੋਣਾ ਚਾਹੀਦਾ। ਔਰ ਜੋ ਚੇਤੰਨੀ ਇਹਦੇ ਵਿੱਚ ਇਹੀ ਆ ਕਿ ਅਕਲ ਵਾਲੀ ਗੱਲ ਇਹ ਹੈ ਕਿ ਵੀ ਪਹਿਲਾਂ ਹੀ ਅਸੀਂ ਬੰਦਿਆਂ ਨੂੰ ਮਿਲ ਕੇ, ਜੇ 19 ਸਾਲ ਹੋ ਗਿਆ ਬੰਦਿਆਂ ਨੂੰ, ਜਿੱਦਾਂ ਪਿਛਲੀ ਵਾਰੀ ਵੀ ਅਸੀਂ ਦੱਸਿਆ ਸੀ ਕਿ ਬਈ ਇਹ ਨਹੀਂ ਜ਼ਰੂਰੀ ਵੀ 20 ਸਾਲ ਤੱਕ ਹੀ ਵੇਟ ਕਰਨਾ ਹੈ। ਅਸੀਂ ਉਹਨਾਂ ਨੂੰ ਇਹ ਸਾਬਤ ਕਰਨਾ ਹੈ ਕਿ ਸਾਡੀ ਮਜਬੂਰੀ ਕੀ ਆ ਇੱਥੇ ਰਹਿਣ ਦੀ, ਅਸੀਂ ਕਿਉਂ ਨਹੀਂ ਉੱਥੇ ਜਾ ਸਕਦੇ ਹਾਂ ਜੀ। ਇਹ ਵਕੀਲ ਦੇ ਨਾਲ ਮਿਲ ਕੇ ਸਲਾਹ, ਉਹ ਵੀ ਤੁਹਾਨੂੰ ਆਪਣਾ ਤਰੀਕਾ ਦੱਸ ਸਕਦਾ, ਤੁਸੀਂ ਵੀ ਦੱਸ ਸਕਦੇ ਆ ਵੀ ਅਸੀਂ ਕਿਉਂ ਨਹੀਂ ਜਾ ਸਕਦੇ। ਆਮ ਸ਼ੋਰ ਕਿ ਤੁਸੀਂ 20 ਸਾਲ ਤੋਂ ਪਹਿਲਾਂ ਵੀ ਆਪਣੀ ਫਾਈਲ ਤਿਆਰ ਕਰ ਸਕਦੇ ਆ, ਜਾਂ ਜੇ ਕਿਸੇ ਵਜ੍ਹਾ ਨਾਲ 20 ਸਾਲ ਤੱਕ ਵੀ ਵੇਟ ਕਰਦੇ ਆ, ਫਿਰ ਵੀ ਆਪਣੇ ਕਾਗਜ਼ ਵਕੀਲ ਨੂੰ ਮਿਲ ਕੇ ਉਹਨੂੰ ਕੁਛ ਨਾ ਕੁਛ ਤਾਂ ਕਰੋ ਨਾ। ਇਹ ਨਾ ਦੇਖੋ ਵੀ ਮੈਂ 20 ਸਾਲ ਦਾ ਪੂਰਾ ਹੋਊਗਾ ਫਿਰ ਹੀ ਸੋਚੂਗਾ। ਅੱਜ ਜਿੱਦਾਂ ਹੁਣ ਇਟਲੀ ਤੋਂ ਭੈਣਾਂ ਭਰਾਵਾਂ ਨੇ ਆਉਣਾ ਸੀਗਾ, ਪਹਿਲਾਂ ਕਾਨੂੰਨ ਆਰਾਮ ਨਾਲ ਖੁੱਲ੍ਹਾ ਸੀਗਾ, ਵਧੀਆ ਟਾਈਮ ਸੀਗਾ, ਅਸੀਂ ਉਹਦਾ ਫਾਇਦਾ ਨਹੀਂ ਉਠਾਇਆ। ਅਸੀਂ ਜਟਕਾ ਸੌਦਾ ਕਰਦੇ ਆ। ਆਪਣੀ ਚੀਜ਼ ਨੂੰ ਪਲਾਨ ਕਰੋ ਔਰ ਤੁਹਾਨੂੰ ਬਹੁਤ ਮੁਸ਼ਕਿਲਾਂ ਘੱਟ ਹੋਣਗੀਆਂ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਸਰਦਾਰ ਕੇਵਲ ਸਿੰਘ ਜੀ ਉਹਨਾਂ ਨੇ ਜਿਹੜੀ ਆਪਣੀ ਰਾਏ ਆ, ਉਹਨਾਂ ਦੀ ਨਿੱਜੀ ਰਾਏ ਜਿਹੜੀ ਆ ਉਹਨਾਂ ਨੇ ਬਹੁਤ ਹੀ ਵਧੀਆ ਦਿੱਤੀ ਹੈ ਕਿ ਸਾਨੂੰ ਬਿਨਾਂ ਵਕੀਲ ਤੋਂ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ। ਵਕੀਲ ਜਿਹੜਾ, ਕਿਉਂਕਿ ਉਹਨਾਂ ਦੇ ਪਾਸ ਕਈ ਤਰ੍ਹਾਂ ਦੀਆਂ ਕਾਨੂੰਨ ਜਿਹੜੀਆਂ ਗੱਲਾਂ ਹੁੰਦੀਆਂ ਨੇ, ਉਹ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਥੋਂ ਕਿਹੜਾ ਕਾਨੂੰਨ ਬਣਦਾ, ਜਾਂ ਕਿਸ ਤਰੀਕੇ ਨਾਲ ਇਹਨੂੰ ਰੱਖਿਆ ਜਾ ਸਕਦਾ, ਜਾਂ ਕਿਸ ਤਰੀਕੇ ਨਾਲ ਰਹਿ ਸਕਦਾ ਆ। ਲੀਗਲੀ ਰਹਿਣਾ ਜਿਹੜਾ ਬਿਲਕੁਲ ਕਾਨੂੰਨ ਦੇ ਖਿਲਾਫ ਆ। ਜਿਹੜਾ ਇਲੀਗਲੀ ਜਿਹੜਾ ਆਪਾਂ ਇੱਥੇ ਰਹਿ ਰਹੇ ਹਾਂ, ਕੋਈ ਲੀਗਲੀ ਰਹਿਣਾ ਜਿਹੜਾ ਉਹ ਸਹੀ ਆ, ਤੇ ਜੇ ਆਪਾਂ ਉਸ ਤਰ੍ਹਾਂ ਰਹਿ ਰਹੇ ਹਾਂ ਤਾਂ ਕਾਨੂੰਨ ਦੇ ਖਿਲਾਫ ਆ ਜੀ। ਸੋ ਪਿਆਰੇ ਦਰਸ਼ਕੋ, ਆਓ ਸਾਨੂੰ ਕਾਲ ਜ਼ਰੂਰ ਕਰੋ ਜੀ 0121 380 1051 ਤੇ ਤੁਸੀਂ ਆਪਣਾ ਸਵਾਲ ਜਿਹੜਾ ਕੋਈ ਵੀ ਇਸ ਮਸਲੇ ਦੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ, ਤੁਸੀਂ ਜ਼ਰੂਰ ਸਾਨੂੰ ਪੁੱਛੋ ਜੀ। ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਖੜੀਆਂ ਹੋ ਗਈਆਂ ਨੇ ਤੇ ਬਹੁਤ ਸਾਰੇ ਫਾਇਦੇ ਵੀ ਹੋਏ ਨੇ। ਕੀ ਸਮੱਸਿਆਵਾਂ ਨੇ, ਕੀ ਫਾਇਦੇ ਨੇ, ਇਹਨੂੰ ਆਪਾਂ ਡਿਸਕਸ ਕਰਨਾ ਜੀ ਅੱਜ। ਤੇ ਤੁਸੀਂ ਆਪਣੇ ਸਵਾਲ ਜਿਹੜੇ ਕਿਸੇ ਨੂੰ ਤੁਸੀਂ ਇੰਡੀਆ ਤੋਂ ਮੰਗਾਉਣਾ ਚਾਹੁੰਦੇ ਆ, ਕੁਝ ਸੌਖਾ ਵੀ ਹੋ ਗਿਆ ਵਾ। ਕਿਸ ਤਰੀਕੇ ਨਾਲ ਅਸੀਂ ਮੰਗਾ ਸਕਦੇ ਹਾਂ 18 ਤੋਂ ਲੈ ਕੇ 30 ਸਾਲ ਤੱਕ ਦੇ ਜਿਹੜੇ ਨੌਜਵਾਨ ਨੇ, ਕਿਸ ਤਰ੍ਹਾਂ ਅਸੀਂ ਆਪਣੇ ਕਿਸੇ ਇਸ ਤੋਂ ਓਵਰ ਵੀ ਏਜ, ਜਿਹੜੇ ਓਵਰ ਏਜ ਨੇ, ਉਹਨਾਂ ਨੂੰ ਵੀ ਅਸੀਂ ਮੰਗਾ ਸਕਦੇ ਹਾਂ। ਕੋਈ ਰਿਸ਼ਤੇਦਾਰ ਹੈ ਸਾਡਾ, ਭੈਣ ਭਰਾਈ ਆ ਸਾਡਾ, ਉਹਨੂੰ ਅਸੀਂ ਮੰਗਾ ਸਕਦੇ ਹਾਂ। ਤੇ ਦੂਜੀ ਗੱਲ ਅਸੀਂ ਡਿਸਕਸ ਜ਼ਰੂਰ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿ ਜਿਹੜਾ ਜਦੋਂ ਬ੍ਰੈਕਸਿਟ ਹੋਈ ਆ ਜੀ, ਉਸ ਤੋਂ ਬਾਅਦ 30 ਜੂਨ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀਗਾ ਯੂਰਪ ਵਾਲਿਆਂ ਨੂੰ, ਉਹ ਤੁਹਾਨੂੰ ਪਤਾ ਕਿ ਸਮਾਂ ਨੇੜੇ ਆ ਰਿਹਾ, ਕੋਈ ਬਹੁਤਾ ਦੂਰ ਨਹੀਂ ਹੈ, ਥੋੜਾ ਸਮਾਂ ਹੋ ਰਹਿ ਗਿਆ। ਤੇ ਉਹਦੇ ਬਾਅਦ ਦੇ ਵਿੱਚ ਕੀ ਹੋਵੇਗਾ, ਜਾਂ ਉਸ ਤੋਂ ਪਹਿਲਾਂ ਅਸੀਂ ਕੀ ਕਰਨਾ ਵਾ, ਕਿੱਦਾਂ ਅਸੀਂ ਆਪਣੇ ਮਾਂ-ਪਿਓ ਨੂੰ ਮੰਗਾ ਸਕਦੇ ਹਾਂ, ਜਾਂ ਕੀ ਆਪਾਂ ਕਰ ਸਕਦੇ ਹਾਂ। ਆਪਾਂ ਚੱਲਦੇ ਹਾਂ ਸਰਦਾਰ ਗੁਰਜਿੰਦਰ ਸਿੰਘ ਜੀ ਉਹਨਾਂ ਵੱਲ। ਤੁਸੀਂ ਸਾਨੂੰ ਕਾਲ ਜ਼ਰੂਰ ਕਰੋ ਜੀ। ਤੁਹਾਡਾ ਕੋਈ ਸਵਾਲ ਹੈ ਇਸ ਤਰ੍ਹਾਂ ਦਾ, ਇਮੀਗ੍ਰੇਸ਼ਨ ਦਾ, ਕੋਈ ਬੰਦਾ ਇੱਥੇ ਤੁਹਾਡਾ ਮਾਂ-ਬਾਪ ਆ ਚੁੱਕਾ ਆ, ਉਹਨੂੰ ਤੁਸੀਂ ਇੱਥੇ ਰੱਖਣਾ ਚਾਹੁੰਦੇ ਹੋ, ਕਿਵੇਂ ਤੁਸੀਂ ਰੱਖ ਸਕਦੇ ਹੋ, ਕਿਹੜਾ ਕਾਨੂੰਨ ਬਣਦਾ ਵਾ, ਤੁਸੀਂ ਸਾਨੂੰ ਜ਼ਰੂਰ ਫੋਨ ਕਰੋ ਜੀ। ਹਾਂਜੀ ਗੁਰਜਿੰਦਰ ਸਿੰਘ ਜੀ, ਕੀ ਕੋਈ ਚੇਂਜਸ ਆਈਆਂ ਨੇ, ਜਾਂ ਉਹਦੇ ਵਿੱਚ ਕੀ ਬਦਲਾਅ ਆਇਆ, ਜਾਂ ਕੀ ਜਿਹੜਾ ਕਾਨੂੰਨ ਆ ਉਹ ਇਸ ਵੇਲੇ ਕਹਿ ਰਿਹਾ? ਹਾਂਜੀ, ਮੈਂ ਆਪਣੇ ਡੈਡ ਦੀ ਗੱਲ ਜਿਹੜੀ ਹੈਗੀ ਉਹ ਮਾੜੀ ਜਿਹੀ ਵੱਡੀ ਕਰਨਾ ਚਾਹਾਂਗਾ ਵੀ ਜਿਹੜੇ ਸਾਡੇ ਭੈਣ ਭਰਾ ਹੈਗੇ ਇਸ ਵੇਲੇ, ਜਿਹੜੀ ਤਸਵੀਰਾਂ ਸਾਨੂੰ ਇਸ ਹਫ਼ਤੇ ਗਲਾਸਗੋ 'ਚ ਦੇਖਣ ਨੂੰ ਮਿਲੀਆਂ ਸੀਗੀਆਂ, ਬਹੁਤ ਚੰਗੀ ਗੱਲ ਹੈ ਵੀ ਕਮਿਊਨਿਟੀ ਨੇ ਸਾਥ ਦਿੱਤਾ। ਪਰ ਸਾਰੇ ਜਾਣੇ ਇੰਨੇ ਖੁਸ਼ ਨਸੀਬ ਨਹੀਂ ਹੋ ਸਕਦੇ, ਨਾ ਹੋਣਗੇ, ਹੈ ਨਾ। ਤਾਂ ਉਹ ਭਾਈਵੰਦ ਸਾਡੇ ਬਹੁਤ ਲੱਕੀ ਰਹੇ, ਕਮਿਊਨਿਟੀ ਸਾਰੀ ਉਹਨਾਂ ਦੇ ਨਾਲ ਖੜੀ ਰਹੀ, ਤਾਂ ਨਹੀਂ ਉਹਨਾਂ ਨੂੰ ਚੁਕਾਉਣ ਦਿੱਤਾ। ਬਟ ਆਈ ਥਿੰਕ ਆਪਾਂ ਕਮਿਊਨਿਟੀ ਤੇ ਵੀ ਨਾ ਡਿਪੈਂਡ ਕਰਦੇ ਹੋਏ ਇਹੀ ਕਹਿਣਾ ਚਾਹਾਂਗਾ ਵੀ ਤੁਸੀਂ ਆਪਣੇ ਕੇਸ ਲਓ, ਗੁਰਜਿੰਦਰ ਸਿੰਘ ਜੀ ਗੱਲਬਾਤ ਜਾਰੀ ਰੱਖਾਂਗੇ। ਆਪਾਂ ਕਾਲ ਇੱਕ ਲੈ ਲਈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਬਹੁਤ ਹੀ ਤੁਹਾਡਾ ਸਵਾਗਤ ਹੈ ਜੀ ਇਸ ਇਮੀਗ੍ਰੇਸ਼ਨ ਦੇ ਸ਼ੋਅ ਦੇ ਵਿੱਚ। ਤੇ ਕੀ ਪੁੱਛਣਾ ਚਾਹੋਗੇ ਜੀ? ਹਾਂਜੀ, ਮੈਂ ਪੁੱਛਣਾ ਚਾਹੁੰਦਾ ਜੀ, ਮੈਂ ਇੱਥੇ ਲੀਵ ਟੂ ਰਿਮੇਨ ਤੇ ਹਾਂ, ਤੇ ਮੈਂ ਆਪਣੀ ਵਾਈਫ ਨੂੰ, ਮੇਰੇ ਲਾਸਟ ਇੰਡੀਆ ਵਿਆਹ ਹੋਇਆ ਸੀ, ਮੈਂ ਆਪਣੀ ਵਾਈਫ ਨੂੰ ਇੱਥੇ ਬੁਲਾਉਣਾ ਚਾਹੁੰਦਾ, ਤੇ ਉਹਦੇ ਵਾਸਤੇ ਮੈਨੂੰ ਕੀ ਡਾਕੂਮੈਂਟਸ ਲਾਣੇ ਪੈਣਗੇ, ਤੁਸੀਂ ਮੈਨੂੰ ਪਲੀਜ਼ ਦੱਸ ਸਕਦੇ ਹੋ?
हाँ जी, वकील साहब जी, गुरजिंदर सिंह जी। ਭਾਜੀ ਜੇ ਤੁਹਾਡੀ ਠੀਕ ਹੈ। ਲੀਵ ਟੂ ਰਿਮੇਨ ਤੁਸੀਂ ਪੱਕੇ ਨਹੀਂ ਹਜੇ ਹੈਗੇ ਨਾ, ਇੰਡੈਫੀਨਿਟ ਲੀਵ ਤੇ ਇਹਨਾਂ ਨਹੀਂ ਮਿਲਣੀ ਨਾ। ਭਾਜੀ ਤੁਸੀਂ ਆਪਣੇ ਟੈਲੀ ਦੀ ਆਵਾਜ਼ ਪਲੀਜ਼ ਥੋੜੀ ਜਿਹੀ ਘੱਟ ਕਰਿਓ ਤਾਂ ਜੋ ਪੂਰੀ ਤਰ੍ਹਾਂ ਸਮਝ ਲੱਗ ਜਾਏ। ਹਾਂਜੀ ਭਾਜੀ, ਇਹਨਾਂ ਦੀ ਆਈ ਥਿੰਕ ਲਾਈਨ ਡਿਸਕਨੈਕਟ ਹੋ ਗਈ ਹੈ, ਪਰ ਮੈਂ ਇਹਨਾਂ ਦੇ ਸਵਾਲ ਦਾ ਜਵਾਬ ਦੇ ਦਿੰਦਾ। ਲੀਵ ਟੂ ਰਿਮੇਨ ਦਾ ਇੰਡੈਫੀਨਿਟ ਲੀਵ ਟੂ ਰਿਮੇਨ ਚ ਫਰਕ ਹੁੰਦਾ। ਲੀਵ ਟੂ ਰਿਮੇਨ ਹੁੰਦਾ ਕੱਚਾ ਪੱਕਾ ਬੰਦਾ ਆ, ਇੰਡੈਫੀਨਿਟ ਲੀਵ ਟੂ ਰਿਮੇਨ ਦਾ ਮਤਲਬ ਹੁੰਦਾ ਵੀ ਪੱਕਾ ਆ, ਸੈਟਲਡ ਆ। ਸੋ ਜੇ ਜਿਹਦਾ ਭਾਜੀ ਨੇ ਕਿਹਾ ਵੀ ਉਹਨਾਂ ਕੋਲ ਲੀਵ ਟੂ ਰਿਮੇਨ ਆ, ਸੋ ਮਤਲਬ ਕਿ ਕੱਚੇ ਪੱਕੇ ਨੇ। ਸੋ ਹਜੇ ਜਿੰਨਾ ਚਿਰ ਉਹ ਪੱਕੇ ਨਹੀਂ ਪੂਰੀ ਤਰ੍ਹਾਂ ਹੋ ਜਾਂਦੇ, ਆਪਣੀ ਵਾਈਫ ਨੂੰ ਨਹੀਂ ਸੱਦ ਸਕਦੇ। ਠੀਕ ਹੈ ਜੀ, ਸਾਡੇ ਵਕੀਲ ਸਾਹਿਬ ਜੀ ਨੇ ਇਹ ਜਵਾਬ ਦਿੱਤਾ ਕਿ ਅਜੇ ਤੁਹਾਡੇ ਕੋਲ ਲੀਵ ਟੂ ਰਿਮੇਨ ਆ, ਇੰਡੈਫੀਨਿਟ ਲੀਵ ਟੂ ਰਿਮੇਨ ਜਿਹੜਾ ਉਹ ਤੁਹਾਡੀ ਸਟੈਂਪ ਅਜੇ ਨਹੀਂ ਹੋਈ, ਤੁਸੀਂ ਹਾਲੇ ਉਹਨਾਂ ਨੂੰ ਨਹੀਂ ਮੰਗਾ ਸਕਦੇ। ਜਿੰਨਾ ਚਿਰ ਤੁਹਾਨੂੰ ਵੇਟ ਕਰਨੀ ਪਏਗੀ, ਇੰਡੈਫੀਨਿਟ ਲੀਵ ਟੂ ਰਿਮੇਨ ਜਿਹੜਾ ਉਹ ਤੁਹਾਨੂੰ ਸਟੈਂਪ ਜਿਹੜੀ ਉਹ ਲੈਣੀ ਪਏਗੀ, ਫਿਰ ਤੁਸੀਂ ਉਹਨਾਂ ਨੂੰ ਮੰਗਾ ਸਕਦੇ ਆ ਜੀ। ਤੇ ਠੀਕ ਹੈ ਪਿਆਰੇ ਦਰਸ਼ਕੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਕਾਲ ਕੀਤੀ ਹੈ ਜੀ ਤੇ ਆਪਣਾ ਸਵਾਲ ਤੁਸੀਂ ਪੁੱਛਿਆ ਵਾ। ਤੇ ਠੀਕ ਹੈ, ਇਦਾਂ ਪੁੱਛਣ ਦੇ ਨਾਲ ਹੀ ਆਪਾਂ ਨੂੰ ਥੋੜਾ ਜਿਹਾ ਹੋ ਸਕਦਾ ਕਈ ਵਾਰੀ ਅਸੀਂ ਕਾਹਲਾਪਨ ਕਰ ਜਾਂਦੇ ਆ, ਜਾਂ ਛੇਤੀ ਅਸੀਂ ਕਰ ਲੈਂਦੇ ਆ ਵੀ ਅਸੀਂ ਹੁਣ ਮੰਗਾ ਲਈਏ, ਇੰਨਾ ਕੁ ਟਾਈਮ ਸਾਨੂੰ ਹੋ ਗਿਆ ਵਾ, ਤੇ ਅਸੀਂ ਆਪਣੇ ਆਪ ਹੀ ਕਈ ਵਾਰੀ ਅਪਲਾਈ ਕਰ ਦਿੰਦੇ ਆ ਤੇ ਸਾਨੂੰ ਪਤਾ ਨਹੀਂ ਹੁੰਦਾ ਕਾਨੂੰਨ ਦਾ। ਵਕੀਲ ਸਾਹਿਬ ਜੀ ਨੇ ਬਿਲਕੁਲ ਦੱਸ ਦਿੱਤਾ ਕਿ ਹਾਲੇ ਤੁਸੀਂ ਲੀਵ ਟੂ ਰਿਮੇਨ ਹੋਣ ਕਰਕੇ ਉਹਦੇ ਵਿੱਚ ਕਈ ਪ੍ਰੋਬਲਮਾਂ ਜਿਹੜੀਆਂ, ਅੜਚਣਾਂ ਜਿਹੜੀਆਂ ਉਹ ਆ ਸਕਦੀਆਂ ਨੇ। ਸੋ ਇਸ ਕਰਕੇ ਤੁਸੀਂ ਅਜੇ ਜ਼ਿਆਦਾ ਛੇਤੀ ਨਾ ਕਰੋ। ਜਦੋਂ ਤੁਸੀਂ ਪੱਕੇ ਤੌਰ ਤੇ ਹੋ ਗਏ, ਫਿਰ ਤੁਹਾਡਾ ਹੱਕ ਬਣਦਾ ਆ, ਫਿਰ ਤੁਸੀਂ ਉਹਨੂੰ ਬੁਲਾ ਸਕਦੇ ਆ ਜੀ। ਬਿਲਕੁਲ ਗੁਰਜਿੰਦਰ ਸਿੰਘ ਜੀ, ਆਪਾਂ ਗੱਲ ਕਰ ਰਹੇ ਸਾਂ, ਜਿਵੇਂ ਗੱਲ ਕਰੀਏ ਕਿ ਬ੍ਰੈਕਸਿਟ ਹੋਣ ਤੋਂ ਬਾਅਦ ਜਿਹੜਾ 30 ਜੂਨ ਦਾ ਸਮਾਂ ਰੱਖਿਆ ਗਿਆ ਹੈ ਇੱਥੋਂ ਦੀ ਸਰਕਾਰ ਦੇ ਵੱਲੋਂ, ਤੇ ਉਹਦੇ ਬਾਰੇ ਤੁਸੀਂ ਕੀ ਕੋਈ ਉਹਦੇ ਵਿੱਚ ਹੋਰ ਬਦਲਾਅ ਹੋ ਸਕਦਾ ਆ, ਜਾਂ ਕੋਈ ਹੋਰ ਛੋਟ ਦਿੱਤੀ ਜਾ ਸਕਦੀ ਆ, ਜਾਂ ਕਿਹਨੂੰ ਤੁਸੀਂ ਮੰਗਾ ਸਕਦੇ ਆ ਇਸ ਟਾਈਮ ਦੇ ਵਿੱਚ ਜਿਹੜੇ ਯੂਰਪ ਤੋਂ ਆਏ ਹੋਏ ਨੇ ਉਹਨਾਂ ਵਾਸਤੇ ਖਾਸ ਕਰਕੇ? ਅੱਜ ਦੀ ਡੇਟ 'ਚ ਸਹੂਲਤ ਹੈਗੀ ਆ ਵੀ ਜਿਹੜੇ ਯੂਰਪੀਅਨ ਭੈਣ ਭਰਾ ਸਾਡੇ ਆਲਰੇਡੀ ਆ ਚੁੱਕੇ ਨੇ, ਉਹ ਹਜੇ ਵੀ ਆਪਣੇ ਬੱਚਿਆਂ ਨੂੰ ਜਿਹੜੇ ਉਹਨਾਂ 'ਤੇ ਡਿਪੈਂਡੈਂਟ ਨੇ, ਮਾਂ ਪੇ, ਤਾਂ ਆਪਣੇ ਹਸਬੈਂਡ ਜਾਂ ਵਾਈਫ ਨੂੰ ਹਜੇ ਤੱਕ 30 ਜੂਨ ਤੱਕ ਉਹ ਮੰਗਾ ਸਕਦੇ। 30 ਜੂਨ ਤੋਂ ਬਾਅਦ ਫਿਰ ਜਿਹੜੀ ਇੱਥੇ ਇੰਗਲੈਂਡ 'ਚ ਜਿਹੜੀ ਡੋਮੈਸਟਿਕ ਇੱਥੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਆ, ਵੱਖਰੇ ਵੱਖਰੇ ਰੂਟ ਲਈ ਵੱਖਰੇ ਵੱਖਰੇ ਫੈਮਿਲੀ ਮੈਂਬਰ ਨੇ, ਉਸ ਹਿਸਾਬ ਨਾਲ ਫਿਰ ਉਹਨਾਂ ਨੂੰ ਮੰਗਣਾ ਪਏਗਾ। ਜੀ ਮੈਨੂੰ ਇੱਕ ਸਵਾਲ ਜ਼ਰੂਰ ਆਇਆ ਸੀਗਾ, ਕਿਸੇ ਨੇ ਮੈਨੂੰ ਕਾਲ ਕਰਕੇ ਆਖਿਆ ਸੀਗਾ ਕਿ ਤੁਸੀਂ ਇਹ ਜ਼ਰੂਰ ਦੱਸਿਓ ਕਿ ਜਿਹੜੇ ਯੂਰਪ ਦੇ ਵਿੱਚੋਂ ਆਏ ਨੇ, ਕੀ ਉਹ ਇਕੱਲੇ ਮਾਂ-ਬਾਪ ਨੂੰ ਮੰਗਾ ਸਕਦੇ ਨੇ, ਜਾਂ ਇੰਡੀਆ ਦੇ ਵਿੱਚੋਂ ਨਾ ਕਿ ਯੂਰਪ ਦੇ ਵਿੱਚੋਂ, ਇੰਡੀਆ ਦੇ ਵਿੱਚੋਂ ਆਪਣੀ ਕਿਸੇ ਸਿਸਟਰ ਨੂੰ ਜਾਂ ਕਿਸੇ ਭਰਾ ਨੂੰ, ਜਾਂ ਕੋਈ ਵੀ ਰਿਲੇਸ਼ਨ ਜਿਹੜਾ ਹੈਗਾ ਉਹਨਾਂ ਦਾ ਰਿਸ਼ਤੇਦਾਰੀ ਦਾ ਮਾਂ-ਬਾਪ ਦੇ ਤੌਰ ਤੇ, ਉਹਨਾਂ ਵਿੱਚੋਂ ਮੰਗਾ ਸਕਦੇ ਆ, ਜਾਂ ਕਿ ਇਕੱਲਾ ਮਾਂ-ਬਾਪ ਹੀ ਮੰਗਾ ਸਕਦੇ? ਨਹੀਂ ਜੀ, ਸੋ ਐਕਸਟੈਂਡਡ ਫੈਮਿਲੀ ਮੈਂਬਰ ਜਿੱਦਾਂ ਤੁਸੀਂ ਗੱਲ ਕਰ ਰਹੇ ਆ, ਮਤਲਬ ਕੋਈ ਤਾਇਆ, ਚਾਚਾ, ਭਾਂਜਾ, ਭਤੀਜਾ, ਭੈਣ ਭਰਾ, ਉਹ ਸਹੂਲਤ ਨਹੀਂ ਹੁਣ ਅੱਜ ਦੀ ਡੇਟ 'ਚ। ਪਰ ਜਿਹੜੇ ਆਪਣੇ ਡਾਇਰੈਕਟ ਅਸੈਂਡਿੰਗ ਜਾਂ ਡਿਸੈਂਡਿੰਗ ਲਾਈਨ 'ਚ ਜਿਹੜੇ ਫੈਮਿਲੀ ਮੈਂਬਰਸ ਹੁੰਦੇ ਨੇ, ਜਿਸ ਤਰ੍ਹਾਂ ਕਿ ਇਮੀਡੀਏਟ ਫੈਮਿਲੀ ਜਿਹਨੂੰ ਆਪਾਂ ਕਹਿ ਦਈਏ, ਹਸਬੈਂਡ, ਵਾਈਫ, ਬੱਚੇ, ਮਾਂ ਪੇ, ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ। ਜੀ ਬਿਲਕੁਲ, ਸਾਡੇ ਵੀਰ ਸੁਣਦੇ ਹੋਣਗੇ ਜੀ, ਜਿਹੜੇ ਯੂਰਪ ਦੇ ਵਿੱਚੋਂ ਆਏ ਨੇ ਖਾਸ ਕਰਕੇ, ਉਹਨਾਂ ਦੇ ਵੱਲੋਂ ਇਹ ਸਵਾਲ ਆਇਆ ਸੀਗਾ ਵੀ ਕੀ ਅਸੀਂ ਆਪਣੀ ਸਿਸਟਰ, ਸਾਡੀ ਜੇ ਇੰਡੀਆ ਦੇ ਵਿੱਚ ਆ ਤੇ ਅਸੀਂ ਆਪਣੀ ਸਿਸਟਰ ਨੂੰ ਮੰਗਾ ਸਕਦੇ ਹਾਂ ਜੀ 30 ਜੂਨ ਤੋਂ ਪਹਿਲਾਂ? ਜੀ ਬਿਲਕੁਲ ਨਹੀਂ ਮੰਗਾ ਸਕਦੇ, ਕਿਉਂਕਿ ਐਕਸਟੈਂਡਡ ਫੈਮਿਲੀ ਜਿਹੜੀ ਆ ਉਹਦੇ ਵਿੱਚੋਂ ਤੁਸੀਂ ਕੋਈ ਵੀ ਨਹੀਂ ਮੰਗਾ ਸਕਦੇ ਸਿਵਾਏ ਮਾਂ-ਬਾਪ ਤੋਂ। ਹਾਂ, ਉਹ ਵੀ ਇੱਕ ਥੋੜਾ ਜਿਹਾ ਜੀ ਉਹਦਾ ਕਲੈਰੀਫਾਈ ਜ਼ਰੂਰ ਕਰ ਦਿਓ ਗੁਰਜਿੰਦਰ ਸਿੰਘ ਜੀ, ਕਿ ਤੁਸੀਂ ਮਾਂ-ਬਾਪ ਨੂੰ ਵੀ ਇੰਡੀਆ ਚੋਂ ਮੰਗਾ ਸਕਦੇ ਆ ਜਾਂ ਕਿ ਯੂਰਪ ਦੇ ਵਿੱਚੋਂ ਮੰਗਾ ਸਕਦੇ ਆ? ਦਿਖਾਉਣਾ ਇਹ ਪੈਂਦਾ ਵੀ ਉਹ ਤੁਹਾਡੇ ਤੇ ਇਸ ਵੇਲੇ ਡਿਪੈਂਡੈਂਟ ਆ, ਮਤਲਬ ਕਿ ਵੀ ਜਿਹੜਾ ਉਹਨਾਂ ਦਾ ਖਰਚਾ ਆ ਜਾਂ ਉਹਨਾਂ ਦਾ ਰਹਿਣ ਦਾ ਜੋ ਵੀ ਹੈਗਾ, ਜੇ ਤੁਸੀਂ ਉਹਨਾਂ ਨੂੰ ਨਾ ਭੇਜੋ ਤਾਂ ਉਹ ਵਿਚਾਰੇ ਉੱਥੇ ਰੁਲ ਜਾਣ, ਹਨਾ ਵੀ ਪੂਰੀ ਤਰ੍ਹਾਂ ਤੁਹਾਡੇ ਤੇ ਡਿਪੈਂਡੈਂਟ ਆ ਉਸ ਚੀਜ਼ ਤੇ। ਹਾਂਜੀ ਇਹਦੇ ਵਿੱਚ ਇੱਕ ਸਵਾਲ ਹੋਰ ਆ, ਉਹ ਸਵਾਲ ਇਹ ਆ ਵੀ ਜਿਵੇਂ ਉੱਥੇ ਮਾਂ-ਬਾਪ ਰਹਿ ਰਿਹਾ ਯੂਰਪ ਦੇ ਵਿੱਚ, ਹੁਣ ਆਪਾਂ ਯੂਰਪ ਦੀ ਗੱਲ ਕਰ ਲਈਏ, ਯੂਰਪ ਦੇ ਵਿੱਚ ਰਹਿ ਰਿਹਾ ਲੇਕਿਨ ਉਹਨਾਂ ਕੋਲ ਯੂਰਪੀਅਨ ਪਾਸਪੋਰਟ ਜਿਹੜਾ ਨਹੀਂ ਅਜੇ ਉਹਨਾਂ ਦੇ ਕੋਲ ਉਹਦਾ ਪੱਕੇ ਰਹਿਣ ਦਾ, ਇਟਲੀ ਲਾ ਲਓ, ਸਪੇਨ ਲਾ ਲਓ, ਜਿਹਨਾਂ ਮੁਲਕਾਂ ਦੇ ਵਿੱਚ ਰਹਿਣ ਦਾ ਹੈ, ਲੇਕਿਨ ਯੂਰਪੀਅਨ ਪਾਸਪੋਰਟ ਉਹਨਾਂ ਨੇ ਨਹੀਂ ਲਿਆ, ਤੇ ਕੀ ਉਹ ਮਾਂ-ਬਾਪ ਜਿਹੜੇ ਆ ਉਹ ਵੀ ਇੱਧਰ ਆ ਸਕਦੇ ਆ? ਨਹੀਂ ਜੀ, ਉਹ ਵੀ ਹਾਂਜੀ ਡਿਪੈਂਡੈਂਸੀ ਦੇ ਬੇਸ ਤੇ ਉਹ ਆ ਸਕਦੇ ਆ। ਹਾਂਜੀ, ਸੋ ਜੇ ਉਹਨਾਂ ਦਾ ਇੱਥੇ ਧੀ ਪੁੱਤ
ਹੈਗਾ ਪੱਕਾ ਜਾਂ ਪ੍ਰੀ ਸੈਟਲ ਜਾਂ ਸੈਟਲ ਸਟੇਟਸ ਉਹਨਾਂ ਨੇ ਲੈ ਲਈ ਆ ਤਾਂ ਉਹ ਉਹਨਾਂ ਦੀ ਐਪਲੀਕੇਸ਼ਨ ਲਗਾ ਸਕਦੇ ਆ ਜੀ। ਜੀ ਬਿਲਕੁਲ ਜੀ, ਜਿਵੇਂ ਗੁਰਜਿੰਦਰ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਜਿਹੜੇ ਜਿਨ੍ਹਾਂ ਕੋਲ ਬੇਸ਼ੱਕ ਇੰਡੀਅਨ ਪਾਸਪੋਰਟ ਹੈਗਾ ਤੇ ਉਹ ਡਿਪੈਂਡੈਂਸੀ ਤੇ ਆ ਸਕਦੇ ਆ ਉਹ 30 ਜੂਨ ਤੱਕ, ਉਸ ਤੋਂ ਬਾਅਦ ਨਹੀਂ, ਕਿਉਂਕਿ 30 ਜੂਨ ਤੱਕ ਇਹ ਜਿਹੜਾ ਲਾਅ ਹੈਗਾ ਵਾ ਇਹਨਾਂ ਨੇ ਦਰਵਾਜ਼ੇ ਖੋਲੇ ਹੋਏ ਨੇ। ਉਹ ਸਿਰਫ ਆਪਣੇ ਮਾਂ-ਬਾਪ ਜਿਹੜੇ ਨੇ ਉਹਨਾਂ ਨੂੰ ਹੀ ਬੁਲਾ ਸਕਦੇ ਆ, ਦੂਸਰਿਆਂ ਨੂੰ ਨਹੀਂ ਬੁਲਾ ਸਕਦੇ। ਸੋ ਪਿਆਰੇ ਦਰਸ਼ਕੋ, ਕਰੋ ਕਾਲ, ਤੁਹਾਡੇ ਕੋਲ ਕੋਈ ਸਵਾਲ ਹੈ ਤੁਸੀਂ ਜ਼ਰੂਰ ਸਾਨੂੰ ਕਰੋ ਜੀ, ਤੁਹਾਡਾ ਇਸ ਸਵਾਲ ਦਾ ਜਵਾਬ ਜ਼ਰੂਰ ਮਿਲੇਗਾ। ਤੁਸੀਂ ਇੰਡੀਆ ਦੇ ਵਿੱਚ ਵਿਆਹ ਕਰਕੇ ਆਏ ਹੋ, ਤੁਹਾਨੂੰ ਉੱਥੇ ਕੀ ਜਿਹੜੀਆਂ ਹੁਣ ਬੱਚੀ ਨੂੰ ਮੰਗਾਉਣ ਵਾਸਤੇ ਕਿਹੜੇ ਪੇਪਰ ਚਾਹੀਦੇ ਨੇ, ਕਿਹੜੇ ਡਾਕੂਮੈਂਟਸ ਚਾਹੀਦੇ ਨੇ, ਕੀ ਉਹਦੀਆਂ ਰਿਕੁਆਇਰਮੈਂਟਸ ਨੇ, ਕਿਵੇਂ ਉਹ ਆ ਸਕਦੇ ਨੇ। ਕਈ ਵਾਰੀ ਪਤਾ ਨਹੀਂ ਸਾਨੂੰ ਹੁੰਦਾ ਤੇ ਅਸੀਂ ਅਪਲਾਈ ਕਰ ਬੈਠਦੇ ਹਾਂ ਤੇ ਫਿਰ ਉਹ ਥੋੜਾ ਜਿਹਾ ਕੰਪਲਿਕੇਟਡ ਜਿਹੜੀ ਚੀਜ਼ ਇਹ ਹੋ ਜਾਂਦੀ ਹੈ। ਸੋ ਇਸ ਕਰਕੇ ਤੁਸੀਂ ਜ਼ਰੂਰ ਸਾਨੂੰ ਕਾਲ ਜ਼ਰੂਰ ਕਰਕੇ ਪੁੱਛੋ ਜੀ ਕਿ ਤੁਸੀਂ ਇੰਡੀਆ ਦੇ ਵਿੱਚੋਂ ਕਿਸੇ ਨੂੰ ਵਿਆਹ ਤੇ ਮੰਗਾਉਣਾ, ਕਿਸੇ ਨੂੰ ਜਨਮ ਦਿਨ ਤੇ ਮੰਗਾਉਣਾ, ਕਿਸੇ ਨੂੰ ਸਟੂਡੈਂਟ ਬੇਸ ਤੇ ਤੁਸੀਂ ਆਪਣਾ ਕੋਈ ਭਾਈ ਭਤੀਜਾ ਮੰਗਾਉਣਾ ਵਾ, ਤੇ ਉਹਦੇ ਬਾਰੇ ਵੀ ਤੁਸੀਂ ਸਾਨੂੰ ਸਵਾਲ ਜਿਹੜਾ ਉਹ ਜ਼ਰੂਰ ਕਰ ਸਕਦੇ ਹੋ। ਤੇ ਕਰੋ ਤੁਸੀਂ ਸਵਾਲ ਜੀ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ। ਇਹ ਸ਼ੋਅ ਅਸੀਂ ਤੁਹਾਡੇ ਵਾਸਤੇ ਹੀ ਲੈ ਕੇ ਹਾਜ਼ਰ ਹੋਏ ਹਾਂ। ਸਰਦਾਰ ਲਖਵਿੰਦਰ ਸਿੰਘ ਜੀ, ਜਿਵੇਂ ਗੱਲ ਕਰ ਰਹੇ ਸੀਗੇ ਕਿ ਉਸ ਤੋਂ ਪਹਿਲਾਂ ਜਿਹੜਾ ਸਵਾਲ ਆਪਾਂ ਨਾਲ ਦੀ ਨਾਲ ਕਿਉਂਕਿ ਦੋ ਪਾਸੇ ਆਪਾਂ ਚੱਲਣਾ ਕਿ ਜਿਹੜਾ ਆਪਾਂ ਲਾ ਲਈਏ ਕਿ ਕੋਈ ਮਕਾਨ ਹੈਗਾ ਜਾਂ ਕੋਈ ਜਾਇਦਾਦ ਹੈਗੀ ਆ, ਆਪਾਂ ਇੱਥੇ ਇਕੱਲੇ ਰਹਿ ਰਹੇ ਹਾਂ ਤੇ ਆਪਣਾ ਧੀਆ ਪੁੱਤ ਜਿਹੜਾ ਉਹ ਇੰਡੀਆ ਦੇ ਵਿੱਚ ਰਹਿ ਰਿਹਾ ਵਾ ਜਾਂ ਕਿਸੇ ਹੋਰ ਮੁਲਕ ਦੇ ਕੈਨੇਡਾ ਜਾਂ ਅਮਰੀਕਾ ਲਾ ਲਓ ਜਾਂ ਯੂਰਪ ਦੇ ਵਿੱਚ ਲਾ ਲਓ, ਕੋਈ ਧੀ ਪੁੱਤ ਉੱਥੇ ਰਹਿ ਰਿਹਾ ਵਾ, ਤੇ ਕੀ ਅਸੀਂ ਉਹ ਆਪਣੀ ਜਿਹੜੀ ਪ੍ਰਾਪਰਟੀ ਆ ਪੇਰੈਂਟਸ ਸਿਰਫ ਓਨਲੀ ਪੇਰੈਂਟਸ ਜਿਹੜੇ ਇੱਥੇ ਪੱਕੇ ਆ ਤੇ ਇੱਥੇ ਰਹਿ ਰਹੇ ਆ, ਉਹ ਅਸੀਂ ਆਪਣੀ ਪ੍ਰਾਪਰਟੀ ਜਿਹੜੀ ਆ ਕਿ ਉਹਨਾਂ ਦੇ ਨਾਂ ਕਰਵਾ ਸਕਦੇ ਆ ਜਾਂ ਨਹੀਂ ਕਰਵਾ ਸਕਦੇ? ਦੇਖੋ ਜਿਹੜੀ ਤੁਸੀਂ ਆਪਣੀ ਬਣਾਉਂਦੇ ਹੈਗੇ ਆ, ਮੰਨੋ ਵਸੀਅਤ ਤੁਸੀਂ ਬਣਾਈ ਹੈਗੀ ਆ, ਉਹਦੇ ਵਿੱਚ ਤੁਸੀਂ ਜਿਹਨੇ ਤੁਸੀਂ ਚੁਣਦੇ ਹੈਗੇ ਉਹਦੇ ਉੱਤੇ ਤੁਸੀਂ ਛੱਡ ਸਕਦੇ ਹੋ ਜਿੰਨਾ ਹਿੱਸਾ, ਜੋ ਕੁਝ ਜ਼ਮੀਨ ਹੋਵੇ ਜਾਂ ਪੈਸਾ ਹੋਵੇ, ਉਹ ਤੇ ਡਾਇਰੈਕਟ ਤੁਹਾਡੀ ਮਿਲ ਜਾਂਦੀ ਹੈ ਨਾ ਇੰਸਟਰਕਸ਼ਨਸ ਕਿ ਤੁਸੀਂ ਲੀਵ ਕਰ ਸਕਦੇ ਜਿਹਦੇ ਵਾਸਤੇ। if ਤੁਸੀਂ ਆਪਣੀ ਔਲਾਦ ਵਾਸਤੇ ਲੀਵ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਚੱਲ ਸਕਦੇ ਹੋ। if ਤੁਸੀਂ UK ਦੇ ਵਿੱਚ ਬੈਠੇ ਹੋ ਤੇ ਤੁਹਾਡੀ ਜ਼ਮੀਨ ਇੰਡੀਆ ਦੇ ਵਿੱਚ ਹੈ, ਤੁਸੀਂ ਬਾਈ ਵੇ ਆਫ ਪਾਵਰ ਆਫ ਅਟਾਰਨੀ ਵੀ ਕਰ ਸਕਦੇ ਹੋ। ਤੁਸੀਂ ਆਪਣੇ ਕੋਈ ਰਿਸ਼ਤੇਦਾਰ ਨੂੰ ਅਪੁਆਇੰਟ ਕਰ ਸਕਦੇ ਹੈਗੇ ਹੋ ਜਿਹਦੇ ਵਿੱਚ ਤੁਹਾਡੀ ਜ਼ਮੀਨ ਵੇਚ ਸਕਦੇ ਹੋ, ਵਿਕ ਸਕਦੀ ਹੈ, ਉਹਦੀ ਜੋ ਕੋਈ ਤੁਸੀਂ ਕਰਨਾ ਚਾਹੁੰਦੇ ਟ੍ਰਾਂਸਫਰ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਹੋ। UK ਤੇ ਬੈਠੇ ਬੈਠੇ ਹੋ ਸਕਦਾ ਤੁਹਾਡੇ ਵੱਲ ਬਾਈ ਵੇ ਆਫ ਪਾਵਰ ਆਫ ਅਟਾਰਨੀ। ਠੀਕ ਹੈ ਜੀ ਬਿਲਕੁਲ, ਲਖਵਿੰਦਰ ਸਿੰਘ ਜੀ ਉਹਨਾਂ ਨੇ ਇਸ ਗੱਲ ਨੂੰ ਵੀ ਬਿਲਕੁਲ ਸਾਡੇ ਤਾਈਂ ਪਹੁੰਚਾ ਦਿੱਤਾ ਸਾਫ਼ ਤੌਰ ਤੇ ਕਿ ਤੁਸੀਂ ਤੁਹਾਡੀ ਕੋਈ ਪ੍ਰਾਪਰਟੀ ਇੰਡੀਆ ਦੇ ਵਿੱਚ ਆ, ਤੁਸੀਂ ਇੱਥੇ ਬੈਠੇ ਵੀ ਕਰ ਸਕਦੇ ਆ। ਕੋਈ ਤੁਹਾਡਾ ਪਰਿਵਾਰ ਹੈ, ਕੋਈ ਫੈਮਿਲੀ ਆ ਉੱਥੇ ਰਹਿ ਰਹੀ ਆ, ਤੁਸੀਂ ਸਿਰਫ ਇੱਥੇ ਰਹਿ ਰਹੇ ਦੋਏ ਜਾਣੇ ਤੁਸੀਂ। ਹੈਲੋ, ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜੀ ਇਸ ਸ਼ੋਅ ਦੇ ਵਿੱਚ। ਕੀ ਪੁੱਛਣਾ ਚਾਹੋਗੇ ਜੀ? ਥੈਂਕ ਯੂ ਜੀ। ਤਾਂ ਮੈਂ ਪੁੱਛਣਾ ਸੀਗਾ, ਜਿੱਦਾਂ ਮੈਂ ਇੱਥੇ ਸਟੂਡੈਂਟ ਤੋਂ ਵੇਸ ਤੇ ਆਇਆ ਤੇ ਮੈਂ ਬ੍ਰਿਟਿਸ਼ ਕੁੜੀ ਨਾਲ ਵਿਆਹ ਕਰਾ ਸਕਦਾ ਤੇ ਕਿਹੜੇ ਪੇਪਰ ਚਾਹੀਦੇ? ਠੀਕ ਹੈ ਜੀ, ਤੁਸੀਂ ਸਟੂਡੈਂਟ ਬੇਸ ਤੇ ਆਏ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਇੱਥੇ ਦੀ ਜਿਹੜੀ ਲੜਕੀ ਆ ਉਹਦੇ ਕੋਲ ਬ੍ਰਿਟਿਸ਼ ਪਾਸਪੋਰਟ ਹੈਗਾ, ਕੀ ਤੁਸੀਂ ਵਿਆਹ ਕਰਾ ਸਕਦੇ ਹੋ ਕਿ ਨਹੀਂ ਵਿਆਹ ਕਰਾ ਸਕਦੇ? ਹਾਂਜੀ ਜੀ, ਆਪਣਾ ਤੁਸੀਂ ਲਾਈਨ ਤੇ ਬਣੇ ਰਹੋ ਜੀ ਇਸੇ ਤਰ੍ਹਾਂ ਹੀ, ਤੇ ਵਕੀਲ ਸਾਹਿਬ ਇਹਦਾ ਜਵਾਬ ਉੱਤਰ ਦੇਣਗੇ ਜੀ। ਹਾਂਜੀ ਵੀਰ ਜੀ, ਤੁਸੀਂ ਵਿਆਹ ਜ਼ਰੂਰ ਕਰਾ ਸਕਦੇ ਹੋ। ਗਵਰਨਮੈਂਟ ਜਿਹੜੀ UK ਦੇ ਵਿੱਚ ਹੈਗੀ ਹੈ ਉਹ ਮਨਾ ਨਹੀਂ ਕਰਦੀ ਸ਼ਾਦੀ ਦੇ ਬੇਸਿਸ ਦੇ ਉੱਤੇ। ਉਹਨਾਂ ਨੂੰ ਸਿਰਫ ਜ਼ਿਆਦਾ ਇੰਟਰਸਟ ਹੁੰਦੀ ਹੈ ਕਿ ਤੁਹਾਡੇ ਕੋਲ ਸਟੇ ਹੈਗੀ UK ਦੇ ਵਿੱਚ ਕਿ ਨਹੀਂ ਹੈਗੀ। ਤੁਸੀਂ ਕਿਹਾ ਤੁਸੀਂ ਸਟੂਡੈਂਟ ਤੇ ਆਏ ਹੈਗੇ, ਸਟੂਡੈਂਟ ਵੀਜ਼ਾ ਦੇ ਉੱਤੇ। ਇਫ ਤੁਹਾਡੀ ਸਟੂਡੈਂਟ ਵੀਜ਼ਾ ਦੇ ਉੱਤੇ ਲੀਵ ਰਹਿੰਦੀ ਹੈਗੀ ਹੈ ਫਿਰ ਤੁਸੀਂ ਵਿਆਹ ਕਰਾ ਸਕਦੇ ਹੋ। ਦੋਨੋਂ ਰਿਲੀਜੀਅਸ ਵਿਆਹ ਕਰਾ ਸਕਦੇ ਹੋ, ਆਨੰਦ ਕਾਰਜ ਜਾਂ ਮੰਦਿਰ ਦੇ ਵਿੱਚ ਜਾਂ ਮਾਸਕ ਦੇ ਵਿੱਚ ਕਰ ਸਕਦੇ ਹੋ। ਜਿਹੜੀ ਲੀਗਲ ਬੇਸਿਸ ਦੇ ਉੱਤੇ ਰੈਕਗਨੀਸ਼ਨ ਹੁੰਦੀ ਹੈ ਲੀਗੈਲਿਟੀ ਵਾਈਜ਼, ਤੁਹਾਨੂੰ ਮੈਰਿਜ ਬਿਊਰੋ ਦੇ ਕੋਲ ਜਾਣਾ ਪੈਂਦਾ ਹੈਗਾ, ਰਜਿਸਟਰ ਆਫਿਸ। ਉਹਨਾਂ ਨੂੰ ਪਾਵਰਸ ਮਿਲੀ ਹੈਗੀ ਹੋਮ ਆਫਿਸ ਵੱਲੋਂ 2014 ਇਮੀਗ੍ਰੇਸ਼ਨ ਦੇ ਐਕਟ ਦੇ ਅਨੁਸਾਰ। ਉਹ ਕਹਿੰਦੇ ਹੈਗੇ ਕਿ ਤੁਸੀਂ ਚੈੱਕ ਕਰ ਸਕੇ ਕਿ ਤੁਹਾਡੀ ਲੀਵ ਹੈਗੀ ਹੈ ਕਿ ਨਹੀਂ। ਇਫ ਤੁਹਾਡੀ ਰਹਿੰਦੀ ਹੈ ਸਮੇਂ ਤੁਹਾਡੇ ਸਟੂਡੈਂਟ ਲੀਵ ਦੇ ਉੱਤੇ, ਫਿਰ ਤੁਸੀਂ ਉਹਨਾਂ ਕੋਲੋਂ ਪਰਮਿਸ਼ਨ ਲੈ ਸਕਦੇ ਹੋ ਤੇ ਤੁਸੀਂ ਵਿਆਹ ਕਰਾ ਸਕਦੇ ਹੋ। ਜਦੋਂ ਤੁਸੀਂ ਵਿਆਹ ਕੀਤੇ ਆ ਫਿਰ ਤੁਸੀਂ ਐਪਲੀਕੇਸ਼ਨ ਡਾਲ ਸਕਦੇ ਹੋ। ਭਾਜੀ ਦਾ ਦੂਜਾ ਪਾਰਟ ਦਾ ਕੁਐਸਚਨ ਹੈਗਾ ਸੀ ਡਾਕੂਮੈਂਟ ਕੀ ਚਾਹੀਦਾ ਹੈ। ਉਹਦੇ ਵਿੱਚ ਤੁਹਾਡੇ ਪਾਸਪੋਰਟ ਚਾਹੀਦਾ ਹੈ, ਜਿਹਦੇ ਨਾਲ ਤੁਸੀਂ ਸ਼ਾਦੀ ਕਰਨਾ ਚਾਹੁੰਦੇ ਹੋ ਉਹਨਾਂ ਦੀ ਪਾਸਪੋਰਟ ਦਿਖਾ ਸਕਦੇ ਹੋ, ਦੋਨੋਂ ਵੈਲਿਡ ਹੋਵੇ, ਮਤਲਬ ਐਕਸਪਾਇਰ ਨਾ ਹੋਵੇ। ਆਪਣਾ ਸਟੂਡੈਂਟ ਲੀਵ ਦਾ ਵੀਜ਼ਾ ਦਿਖਾ ਸਕਦੇ ਹੋ, ਬਾਇਓਮੈਟ੍ਰਿਕ ਦਿਖਾ ਸਕਦੇ ਹੋ, BRP ਕਾਰਡ,
ਉਹਦੇ ਵਿੱਚ ਆਪਣੀ ਇਨਕਮ, ਆਪਣੀ ਜਿਹੜੀ ਤੁਹਾਡੀ ਵਾਈਫ ਹੈਗੀ ਦਿਖਾ ਸਕਦੇ ਹੋ, ਘਰ ਦਿਖਾ ਸਕਦੇ ਹੋ, ਵੇਜ ਸਲਿੱਪ, P60, ਮਤਲਬ ਚੰਦ ਚੀਜ਼ਾਂ, ਕਾਫੀ ਲੰਬੀ ਲਿਸਟ ਹੈਗੀ ਆ। ਜੇ ਤੁਸੀਂ ਸਾਨੂੰ ਸ਼ੋਅ ਤੋਂ ਬਾਅਦ ਫੋਨ ਕਰੋ ਤੇ ਫਿਰ ਅਸੀਂ ਤੁਹਾਨੂੰ ਕਾਫੀ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਸਕਦੇ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ, ਪ੍ਰੋਸੀਜਰ ਕੀ ਹੈਗਾ ਤੇ ਉਹਨਾਂ ਦੇ ਕਾਸਟ ਕੀ ਹੈਗੀ ਵਿੱਚ। ਠੀਕ ਹੈ ਜੀ। ਜੀ ਬਿਲਕੁਲ ਜੀ। ਜੇ ਤੁਸੀਂ ਸੁਣ ਰਹੇ ਹੋ ਤੇ ਵਕੀਲ ਸਾਹਿਬ ਜੀ ਨੇ ਇਹ ਗੱਲ ਕਹੀ ਹੈ ਕਿ ਵਿਆਹ ਤੁਸੀਂ ਜ਼ਰੂਰ ਕਰਾ ਸਕਦੇ ਹੋ, ਪਰ ਰਿਲੀਜੀਅਸਲੀ ਤੌਰ ਤੇ ਜਿਹੜਾ ਜੇ ਕਿ ਕਾਨੂੰਨਨ ਤੌਰ ਦੇ ਉੱਤੇ, ਉਹ ਮੇਰਾ ਖਿਆਲ ਕਿ ਵਕੀਲ ਸਾਹਿਬ ਜੀ ਨੇ ਦੱਸਿਆ ਕਿ ਮੈਂ ਕਿ ਗੁਰਜਿੰਦਰ ਸਿੰਘ ਜੀ ਤੋਂ ਥੋੜਾ ਜਿਹਾ ਪੁੱਛਣਾ ਚਾਹਾਂਗਾ ਇਸ ਬਾਰੇ ਹੋਰ, ਕਿ ਵਿਆਹ ਚਲੋ ਆਪਾਂ ਇੱਕ ਧਾਰਮਿਕ ਜਿਹੜੀਆਂ ਰਸਮਾਂ ਨੇ ਉਹ ਆਪਾਂ ਚਾਹੇ ਗੁਰਦੁਆਰੇ ਵਿੱਚ ਆ, ਚਾਹੇ ਮੰਦਿਰ ਵਿੱਚ ਆ, ਚਾਹੇ ਕਿਤੇ ਵੀ ਆ, ਉਹ ਪੂਰੀਆਂ ਕਰ ਸਕਦੇ ਆ। ਲੇਕਿਨ ਮਕਸਦ ਇਹ ਹੁੰਦਾ ਵਿਆਹ ਕਰਾਉਣ ਦਾ ਕਿ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਪੱਕੇ ਹੋ ਜਾਈਏ। ਤੇ ਗੁਰਜਿੰਦਰ ਸਿੰਘ ਜੀ, ਤੁਸੀਂ ਇਹਦੇ ਬਾਰੇ ਥੋੜਾ ਜਿਹਾ ਵਿਸਤਾਰ ਦੇ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਇਸ ਤਰ੍ਹਾਂ ਵਿਆਹ ਕਰਾ ਕੇ ਕੀ ਇੱਥੇ ਤੁਸੀਂ ਸਟੇ ਲੈ ਸਕਦੇ ਆ, ਜਾਂ ਤੁਹਾਨੂੰ ਵਾਪਸ ਤੁਸੀਂ ਜਿਸ ਰਿਲੀਜਨ ਦੇ ਹੋਵੋ, ਓਰੀਜਨ ਦੇ ਹੋਵੋ, ਜਿਸ ਤੇ ਤੁਹਾਨੂੰ ਵਾਪਸ ਉੱਥੇ ਜਾਣਾ ਪੈਣਾ, ਤੇ ਕੀ ਕਰਨਾ ਪੈਣਾ? ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਵਿਸਤਾਰ ਨਾਲ ਜ਼ਰੂਰ ਦੱਸੋ ਜੀ। ਹਾਂਜੀ, ਬਹੁਤ ਵਧੀਆ ਸਵਾਲ ਹੈ। ਇਸ ਸਵਾਲ 'ਚ ਤਾਂ ਕਈ ਸਾਡੇ ਭੈਣਾਂ ਭਰਾਵਾਂ ਦਾ ਹੁੰਦਾ, ਸਾਨੂੰ ਡੇਲੀ ਆਲਮੋਸਟ ਇਸ ਹਿਸਾਬ ਦੇ ਕਾਲਾਂ ਆਉਂਦੀਆਂ। ਸੋ ਇਹਦੇ 'ਚ ਡਿਪੈਂਡ ਕਰਦਾ ਵੀ ਤੁਹਾਡੀ ਇਮੀਗ੍ਰੇਸ਼ਨ ਸਟੇਟਸ ਕੀ ਹੈ। ਹੁਣ ਜਿੱਦਾਂ ਭਾਜੀ ਦਾ ਹੁਣ ਫੋਨ ਆਇਆ ਸੀਗਾ, ਇਹ ਸਟੂਡੈਂਟ ਨੇ, ਸਟੂਡੈਂਟ ਆਪਣਾ ਸਵਿਚ ਕਰ ਸਕਦੇ ਆ, ਕਾਨੂੰਨੀ ਤੌਰ ਤੇ ਉਹ ਵਿਆਹ ਕਰ ਸਕਦੇ ਆ, ਉਹਨਾਂ ਨੂੰ ਪੂਰੀ ਛੋਟ ਆ, ਹੈ ਨਾ। ਵੀਜ਼ਾ ਹੁੰਦੇ ਉਹ ਆਪਣਾ ਵਿਆਹ ਕਰ ਸਕਦੇ ਆ, ਸਟੂਡੈਂਟ ਲੀਵ ਨੂੰ ਉਹ ਕਨਵਰਟ ਕਰ ਸਕਦੇ ਆ ਪਾਰਟਨਰ ਦੇ ਬੇਸਿਸ ਤੇ। ਸੋ ਇਹਨਾਂ ਦਾ ਤਾਂ ਬਹੁਤ ਸਟ੍ਰੇਟ ਫੋਰਵਰਡ ਐਂਡ ਸਿੰਪਲ ਹੀ ਹੈ। ਪਰ ਜਿਹੜੇ ਲੋਕੀ ਇੱਥੇ ਗੈਰ ਕਾਨੂੰਨੀ ਰਹਿ ਰਹੇ ਆ, ਜਾਂ ਜਿਹਨਾਂ ਨੂੰ ਆਪਾਂ ਕਹਿ ਦਈਏ ਕੱਚੇ ਨੇ, ਉਹਨਾਂ ਵਾਸਤੇ ਬੜਾ ਜਿਹਾ ਔਖਾ ਹੋ ਜਾਂਦਾ। ਸੋ ਵਿਆਹ ਕਰਾਉਣ ਨੂੰ ਉਹ ਕਰ ਸਕਦੇ ਆ, ਰਾਈਟ। ਸੇਮ ਜਿੱਦਾਂ ਭਾਜੀ ਨੇ ਕਿਹਾ, ਉਹਨਾਂ ਨੂੰ ਨੋਟਿਸ ਦੇਣਾ ਪੈਂਦਾ ਵਿਆਹ ਕਰਨੇ ਨੂੰ, ਐਂਡ ਵਿਆਹ ਹੋ ਕੇ ਉਹ ਵਿਆਹ ਦੇ ਬੇਸ ਤੇ ਆਪਣੀ ਐਪਲੀਕੇਸ਼ਨ ਲਗਾ ਸਕਦੇ ਆ। ਪਰ ਕਈ ਵਾਰੀ ਇੱਥੇ ਦੀ ਸਰਕਾਰ ਕੀ ਕਰਦੀ ਆ ਵੀ ਉਸ ਹਿਸਾਬ ਦੇ ਕੇਸ ਜਿਹੜੇ ਹੁੰਦੇ ਨੇ ਉਹ ਜ਼ਿਆਦਾਤਰ ਪੇਪਰਾਂ ਦੇ ਉੱਤੇ ਰਿਫਿਊਜ਼ ਹੋ ਜਾਂਦੇ ਆ, ਕਿਉਂਕਿ ਜਿਹੜੇ ਐਪਲੀਕੈਂਟ ਦੀ ਜਿਹੜੀ ਇਮੀਗ੍ਰੇਸ਼ਨ ਸਟੇਟਸ ਆ ਉਹ ਨਹੀਂ ਹੈ, ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ। ਸੋ ਉਸ ਸਿਚੁਏਸ਼ਨ 'ਚ ਸਰਕਾਰ ਕੀ ਆਪਾਂ ਦੇਖਦੇ ਆਏ ਵੀ ਕੀ ਕਹਿੰਦੀ ਹੈ ਵੀ ਤੁਸੀਂ ਮੁੜ ਕੇ ਆਪਣੇ ਮੁਲਕ ਜਾਓ ਐਂਡ ਉੱਥੋਂ ਤੁਸੀਂ ਕੇਸ ਲਾਓ ਆਪਣਾ। ਤਾਂ ਉਹਦੇ ਵਿੱਚ ਕੀ ਆ ਜਾਂਦਾ ਵੀ ਜੇ ਹੁਣ ਤੁਹਾਡੇ ਇਕੱਠੇ ਰਹਿੰਦੇ ਹੋਏ ਕੋਈ ਬੱਚਾ ਹੋ ਜਾਂਦਾ, ਜਾਂ ਕੋਈ ਇਸ ਤਰ੍ਹਾਂ ਦੀ ਵਜ੍ਹਾ ਹੈਗੀ ਹੈ ਵੀ ਜਿਹਦੇ ਕਾਰਨ ਤੁਸੀਂ ਨਹੀਂ ਮੁੜ ਕੇ ਜਾ ਸਕਦੇ, ਹੋ ਸਕਦਾ ਤੁਹਾਡਾ ਵਾਈਫ ਜਾਂ ਹਸਬੈਂਡ ਜਿਹਨਾਂ ਤੁਸੀਂ ਵਿਆਹੇ ਆ ਉਹ ਤੁਹਾਡੇ ਤੇ ਡਿਪੈਂਡੈਂਟ ਆ, ਹੋ ਸਕਦਾ ਉਹਨਾਂ ਦੀ ਕੋਈ ਹੈਲਥ ਇਸ਼ੂ ਆ, ਹੋ ਸਕਦਾ ਤੁਸੀਂ ਕੋਈ IVF ਟ੍ਰੀਟਮੈਂਟ ਕਰਾ ਰਹੇ ਆ, ਜਾਂ ਕੋਈ ਹੋਰ ਵਜ੍ਹਾ ਹੋ ਸਕਦੀ ਆ। ਸੋ ਉਹਦੇ ਬੇਸ ਤੇ ਵੀ ਆਪਾਂ ਫਿਰ ਸਰਕਾਰ ਨੂੰ ਅਪੀਲ ਕਰ ਸਕਦੇ ਹਾਂ ਵੀ ਇਹਨਾਂ ਦਾ ਕੇਸ ਜਿਹੜਾ ਹੈਗਾ ਇੱਥੇ ਰਹਿੰਦੇ ਹੋਏ ਵੀ ਉਹ ਡਿਸਾਈਡ ਹੋਣਾ ਚਾਹੀਦਾ। ਪਰ ਜੇ ਇਸ ਤਰ੍ਹਾਂ ਦੀ ਕੋਈ ਸਰਕਮਸਟੈਂਸਿਸ ਨਹੀਂ ਹੈਗੇ ਤਾਂ ਫਿਰ ਜ਼ਿਆਦਾਤਰ ਕੀ ਹੁੰਦਾ ਵੀ ਉਹਦੇ ਵਿੱਚ ਤੁਹਾਨੂੰ ਮੁੜ ਕੇ ਹੀ ਜਾਣਾ ਪੈਂਦਾ। ਐਂਟਰੀ ਕਲੀਅਰੈਂਸ ਦੀ ਜਿਹੜੀ ਰਿਕੁਆਇਰਮੈਂਟ ਆ ਉਹਨੂੰ ਮੀਟ ਕਰਕੇ ਫਿਰ ਤੁਸੀਂ ਦੁਬਾਰਾ ਆ ਸਕਦੇ ਆ। ਹਾਂਜੀ, ਕਈ ਲੋਕੀ ਜਿਹੜੇ ਹੁੰਦੇ ਆ ਉਹ ਝਿਜਕਦੇ ਆ ਇਸ ਤੋਂ ਵੀ ਅਸੀਂ ਨਹੀਂ ਮੁੜ ਕੇ ਇੰਡੀਆ ਜਾਣਾ ਚਾਹੁੰਦੇ, ਕੀ ਪਤਾ ਅਸੀਂ ਮੁੜ ਕੇ ਆਈਏ ਕਿ ਨਾ ਆਈਏ। ਸੋ ਉਹਨਾਂ ਭੈਣ ਭਰਾਵਾਂ ਨੂੰ ਵੀ ਅਸੀਂ ਦੱਸ ਦਈਏ ਵੀ ਸਰਕਾਰ ਇੰਨੀ ਇੱਥੇ ਦੀ ਜਿਹੜੀ ਹੈਗੀ ਬੇਰਹਿਮ ਨਹੀਂ ਹੈਗੀ। ਸੋ ਕਿਉਂਕਿ ਉਹ ਇੱਕ ਪਾਸੇ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਸਾਡੇ ਰੂਲਾਂ ਨਾਲ ਕੰਪਲਾਈ ਕਰੋ, ਤਾਂ ਜਦੋਂ ਤੁਸੀਂ ਕੰਪਲਾਈ ਕਰਦੇ ਆ ਤੁਹਾਨੂੰ ਮੁੜ ਕੇ ਨਾ ਆਉਂਦੇ। ਸੋ as long as ਤੁਸੀਂ ਇੱਥੇ ਰਹਿੰਦੇ ਹੋਏ ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ। ਮੈਂ ਯੂਰਪ ਦੇ ਲਾਅ ਬਾਰੇ ਕੁਐਸਚਨ ਪੁੱਛਣਾ ਚਾਹੁੰਦੀ ਹਾਂ। ਹਾਂਜੀ, ਕਰੋ ਕੁਐਸਚਨ ਜੀ, ਪੁੱਛੋ ਜੀ। ਮੇਰਾ ਕੁਐਸਚਨ ਇਹ ਹੈ ਕਿ ਮੇਰੇ ਕੋਲ ਬ੍ਰਿਟਿਸ਼ ਪਾਸਪੋਰਟ ਹੈ ਤੇ ਮੇਰੇ ਹਸਬੈਂਡ ਨੂੰ ਯੂਰਪ ਦੀ 5 ਮੇਰਾ ਪਹਿਲਾਂ ਡਿਵੋਰਸ ਹੋਇਆ ਸੀ। ਹੁਣ ਉਹਦੇ ਕੋਲ 5 ਸਾਲ ਇੱਥੇ ਦੀ ਰੈਜ਼ੀਡੈਂਸੀ ਮਿਲ ਗਈ ਆ। ਅਸੀਂ ਹੁਣ ਵਾਪਸ UK ਆਉਣਾ ਹੈ, ਤੇ ਕੀ ਅਸੀਂ ਸਕਦੇ ਕੀ ਲਾਅ ਆ, ਕੀ ਮਤਲਬ, ਕਿਉਂਕਿ ਉਹ ਨਾ 5 ਸਾਲ ਦੀ ਆਲਰੇਡੀ ਹੈਗੀ ਆ ਦੀ, ਤੇ ਮੇ ਬੀ ਉਹਨਾਂ ਜਦੋਂ ਇੱਥੇ ਆ ਗਏ ਤੇ ਮੇਰੇ ਦੇਸ਼ ਤੇ ਆ ਰਿਹਾ ਸੀ, ਕੋਰਟ ਮੈਰਿਜ ਵੀ ਹੋ ਚੁੱਕੀ ਯੂਰਪ ਦੇ ਵਿੱਚ, ਹਾਲੈਂਡ। ਥੈਂਕ ਯੂ ਸਰ। ਹਾਂਜੀ ਭੈਣ ਜੀ, ਤੁਹਾਡਾ ਸਵਾਲ ਜਿਹੜਾ ਹੈਲੋ, ਇੱਕ ਰਿਕੁਐਸਟ ਹੈ ਤੁਹਾਨੂੰ ਜੀ, ਤੁਹਾਡੀ ਮੇਰੇ ਖਿਆਲ ਗੱਲ ਨਹੀਂ ਸਮਝ ਲੱਗੀ ਸਾਨੂੰ।
ਗੱਲ ਤੁਹਾਡੀ ਸਮਝ ਨਹੀਂ ਲੱਗੀ। ਤੁਸੀਂ ਨਾ ਥੋੜਾ ਜਿਹਾ ਬਾਹਰਲੇ ਪਾਸੇ ਆ ਕੇ ਤੇ ਰਿਸੈਪਸ਼ਨ ਦਿੱਤੇ ਸਹੀ ਹੋਵੇ ਤੇ ਫਿਰ ਤੁਸੀਂ ਗੱਲ ਆਪਣੀ ਸਵਾਲ ਦੁਬਾਰਾ ਇੱਕ ਵਾਰੀ ਦੱਸੋ। ਜੇ ਤਾਂ ਗੁਰਜਿੰਦਰ ਸਿੰਘ ਦੀ ਸਮਝ ਲੱਗ ਗਈ ਆ ਤੇ ਜਵਾਬ ਦੇ ਦਿੱਤਾ ਜਾਏ। ਨਹੀਂ ਭਾਜੀ, ਤੁਸੀਂ ਬਿਲਕੁਲ ਸਹੀ ਹੈ, ਸਮਝ ਨਹੀਂ ਸੀ ਲੱਗੀ ਸਾਨੂੰ। ਹਾਂਜੀ, ਤੁਸੀਂ ਦੁਬਾਰਾ ਸਵਾਲ ਜ਼ਰੂਰ ਕਰੋ ਜੀ। ਗੁਰਜਿੰਦਰ ਸਿੰਘ ਜੀ, ਕਿਉਂਕਿ ਮੇਰੇ ਖਿਆਲ ਤੇ ਸ਼ਾਇਦ ਮੇਰੇ ਖਿਆਲ ਤੁਹਾਨੂੰ ਵੀ ਸਮਝ ਨਹੀਂ ਲੱਗਿਆ ਹੋਵੇਗਾ ਕਿ ਕੀ ਉਹਨਾਂ ਨੇ ਪੂਰਾ ਸਵਾਲ ਜਿਹੜਾ ਉਹਨਾਂ ਨੇ ਕੀ ਪਾਇਆ ਸੀਗਾ। ਇੰਨਾ ਕਿ ਆਪਾਂ ਨੂੰ ਜ਼ਰੂਰ ਪਤਾ ਲੱਗਾ ਕਿ ਉਹਨਾਂ ਨੇ ਜਿਹੜਾ ਉਹਨਾਂ ਦਾ ਹਸਬੈਂਡ ਆ, ਉਹਨਾਂ ਨੂੰ ਜਿਹੜਾ ਇਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਆ ਤੇ ਉਹਨਾਂ ਨੂੰ 5 ਸਾਲ ਦੀ ਜਿਹੜੀ ਰੈਜ਼ੀਡੈਂਸੀ ਮਿਲੀ ਹੋਈ ਆ। ਇਦਾਂ ਹਾਂਜੀ, ਸਾਰਿਆਂ ਨੂੰ ਅਸੀਂ ਮਾਫੀ ਚਾਹੁੰਦੇ ਹਾਂ ਵੀ ਆਈ ਥਿੰਕ ਚਰਨਜੀਤ ਸਿੰਘ ਜੀ ਤੇ ਫੇਰ ਦੁਬਾਰਾ ਲਾਈਨ ਖਰਾਬ ਹੋ ਗਈ ਹੈ। ਜਿਸ ਕਿਸੇ ਵੀ ਭੈਣ ਭਰਾ ਦਾ ਕੋਈ ਸਵਾਲ ਹੈਗਾ ਸਾਨੂੰ ਕਾਲ ਕਰ ਸਕਦੇ ਆ। ਸਕਰੀਨ ਦੇ ਉੱਤੇ ਨੰਬਰ ਆ ਰਿਹਾ। ਅਸੀਂ ਕਿੰਨੇ ਜਾਣੇ ਹਾਜ਼ਰ ਹੈਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਅੱਜ। ਹਾਂਜੀ ਭੈਣ ਜੀ ਦਾ ਜਿਹੜਾ ਸਵਾਲ ਪਿੱਛੇ ਆਇਆ ਸੀਗਾ, ਮੈਂ ਸਿਰਫ ਥੋੜਾ ਕਲੈਰੀਫਾਈ ਕਰਨਾ ਚਾਹੁੰਦਾ ਹਾਂ ਕਿ ਬ੍ਰੈਗਜ਼ਿਟ ਹੋਇਆ ਸੀਗਾ 31 ਦਸੰਬਰ 2020 ਦੇ ਵਿੱਚ, ਤੇ 1 ਜਨਵਰੀ ਤੱਕ ਜਿਹੜੀ 2021 ਦੇ ਵਿੱਚ ਰੂਲ ਚੇਂਜ ਹੋਈ ਸੀ। ਹੁਣ ਜਿਹੜੀ ਐਕਸਟੈਂਸ਼ਨ ਮਿਲੀ ਹੈਗੀ ਸੀ 30 ਜੂਨ 2021 ਤੱਕ ਹੈ। ਜਿਹੜੇ ਐਗਜ਼ਿਸਟਿੰਗ ਯੂਰੋਪੀਅਨ ਨੈਸ਼ਨਲ ਹੈਗੇ ਆ, ਜਿਹੜੇ ਭੈਣ ਭਰਾ ਇਟਾਲੀਅਨ ਹੋ ਜਾਣ, ਫਰੈਂਚ ਜਾਂ ਸਪੈਨਿਸ਼, ਜਰਮਨ, ਕੋਈ ਵੀ ਯੂਰੋਪੀਅਨ ਵਾਲੇ ਨੈਸ਼ਨੈਲਿਟੀ ਹੋਲਡਰ ਹੈਗੇ ਆ, ਆਪਣੇ ਰਿਸ਼ਤੇਦਾਰ ਨੂੰ ਬੁਲਾ ਸਕਦੇ ਆ 30 ਜੂਨ ਤੱਕ। ਉਸ ਤੋਂ ਬਾਅਦ ਜਦੋਂ ਦੂਜਾ ਮਹੀਨਾ ਆਉਂਦਾ ਜੁਲਾਈ ਦੇ ਵਿੱਚ, ਉਦੋਂ ਫਿਰ ਡੋਮੈਸਟਿਕ ਲੋ ਜਿਹੜੀ ਹੁੰਦੀ ਹੈ ਉਹ ਓਵਰਟੇਕ ਕਰਦੀ ਹੈਗੀ ਹੈ। ਮਤਲਬ ਜਿਹੜਾ ਪੂਰਾ ਹਿੱਸਾ ਹੈਗਾ ਬ੍ਰੈਗਜ਼ਿਟ ਦਾ ਕੰਪਲੀਟ ਹੋ ਜਾਏਗਾ 1 ਜੁਲਾਈ ਜਿਹੜੀ ਹੈਗੀ ਹੈ 2021 ਦੇ ਵਿੱਚ ਸ਼ੁਰੂ ਹੋ ਜਾਏਗਾ। ਤਾਂ ਫਿਰ ਡੋਮੈਸਟਿਕ ਲੋ ਦੇ ਵਿੱਚ ਰਿਵੀਜ਼ਨ ਹੋ ਜਾਏਗੀ। ਉਹਦੇ ਨਾਲ ਕਾਫੀ ਡਿਫਿਕਲਟ ਹੋ ਜਾਂਦਾ, ਮੇਨਟੇਨੈਂਸ ਰਿਕੁਆਇਰਮੈਂਟ ਹੋ ਜਾਂਦੇ ਵਿੱਚ, ਉਹਦੇ ਵਿੱਚ ਲੈਂਗੁਏਜ ਰਿਕੁਆਇਰਮੈਂਟ ਵੀ ਹੋ ਜਾਂਦੇ ਆ, ਉਹਦੇ ਵਿੱਚ ਸੂਟੇਬਿਲਿਟੀ ਰਿਕੁਆਇਰਮੈਂਟ ਵੀ ਹੋ ਜਾਂਦੇ ਆ, ਜਿਹਦੇ ਵਿੱਚ ਕ੍ਰਿਮੀਨਲ ਬੈਕਗਰਾਉਂਡ ਵੀ ਦੇਖਦੇ ਹੈਗੇ ਆ, ਗੁੱਡ ਕੈਰੈਕਟਰ ਵੀ ਦੇਖਦੇ। ਸੋ ਬੇਨਤੀ ਹੈਗੀ ਜੋ ਭੈਣ ਭਰਾਵਾਂ ਨੇ, ਅਜੇ ਵੀ ਸਮੇਂ ਹੈਗਾ 30 ਜੂਨ ਤੱਕ। ਇਫ ਆਪਣੇ ਰਿਸ਼ਤੇਦਾਰ ਹੈਗੇ ਤੁਸੀਂ ਬੁਲਾਉਣਾ ਚਾਹੁੰਦੇ ਹੋ, ਪਲੀਜ਼ ਤੁਸੀਂ ਐਪਲੀਕੇਸ਼ਨ ਬੁਲਾਓ ਜਾਂ ਘੱਟ ਤੋਂ ਘੱਟ ਸਾਨੂੰ ਫੋਨ ਕਰੋ ਤੇ ਆਪਣੀ ਜਿਹੜੀ ਤੁਹਾਡੀ ਕੁਐਰੀ ਹੈਗੀ ਉਹ ਤੋਂ ਕਲੈਰੀਫਾਈ ਕਰਾ ਸਕਦੇ ਆ ਕਿ ਤੁਸੀਂ ਐਪਲੀਕੇਸ਼ਨ ਬਣਾ ਸਕਦੇ ਆ, ਮੇਕ ਕਰ ਸਕਦੇ ਆ ਕਿ ਨਹੀਂ। ਗਲਤ ਫਹਿਮੀ ਵਿੱਚ ਨਾ ਰਹੋ, ਬਿਕਾਜ਼ 1 ਜੁਲਾਈ ਜਦੋਂ ਤੁਸੀਂ ਟੱਪ ਜਾਣਾ ਹੈਗਾ, ਉਦੋਂ ਵਿੱਚ ਅਸੂਲ ਬਹੁਤ ਸਖਤ ਹੋ ਜਾਣੇ। ਹਾਂਜੀ, ਲੱਗਦਾ ਸਾਡੇ ਨਾਲ ਕੋਈ ਕਾਲ ਜੁੜੇ ਹੈਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। I think ਕਾਲ ਡ੍ਰੌਪ ਹੋ ਗਈ। ਹਾਂਜੀ, ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਲੋਕੀ ਇੱਥੇ ਕੱਚੇ ਰਹਿ ਰਹੇ ਆ ਤਾਂ ਵਿਆਹ ਕਰਦੇ ਆ, ਕੀ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਕਿ ਨਹੀਂ। ਤਾਂ ਜਿਸ ਤਰ੍ਹਾਂ ਮੈਂ ਸਮਝਾ ਰਿਹਾ ਸੀਗਾ ਵੀ ਐਜ਼ ਲੌਂਗ ਐਜ਼ ਤੁਸੀਂ ਇੱਥੇ ਰਹਿੰਦੇ ਹੋਏ ਕੋਈ ਕ੍ਰਾਈਮ ਨਹੀਂ ਕਮਿਟ ਕੀਤੀ, ਕੋਈ ਡਿਸੈਪਸ਼ਨ ਨਹੀਂ ਹੈਗਾ, ਜਾਂ ਤੁਸੀਂ ਕੋਈ ਫਰਾਡ ਨਹੀਂ ਕੀਤਾ, ਜਾਂ ਕੋਈ ਝੂਠ ਗੱਪ ਨਹੀਂ ਆਪਣਾ ਬੋਲਿਆ ਆਪਣੀ ਕਿਸੇ ਵੀ ਇਮੀਗ੍ਰੇਸ਼ਨ ਐਪਲੀਕੇਸ਼ਨ ਵਿੱਚ, ਐਂਡ ਜਿਹੜੀ ਵੀ ਤੁਸੀਂ ਕੋਈ ਨਵੇਂ ਸਿਰ ਤੋਂ ਫਿਰ ਐਪਲੀਕੇਸ਼ਨ ਲਾਉਂਦੇ ਆ, ਮੰਨ ਲਓ ਬਾਹਰੋਂ ਲਾਉਂਦੇ ਆ, ਤਾਂ ਉਹਦੇ ਵਿੱਚ ਵੀ ਤੁਹਾਨੂੰ ਪੂਰੀ ਸੱਚਾਈ ਨਾਲ ਉਹਨੂੰ ਦੱਸਣਾ ਚਾਹੀਦਾ ਵੀ ਹਾਂਜੀ ਅਸੀਂ ਓਵਰ ਸਟੇ ਕੀਤਾ ਸੀਗਾ, ਅਸੀਂ ਰਹੇ ਸੀ ਇੱਥੇ ਗੈਰ ਕਾਨੂੰਨੀ ਤੌਰ ਤੇ, ਪਰ ਅਸੀਂ ਆਪਣੇ ਖਰਚ ਤੇ ਦੁਬਾਰਾ ਆਪਣੇ ਮੁਲਕ ਚਲੇ ਗਏ ਹਾਂ। ਹਾਂਜੀ, ਸਾਡੇ ਨਾਲ ਇੱਕ ਕਾਲਰ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਜੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਸਰ ਨਾਲ ਗੱਲ ਕਰਨਾ ਚਾਹੁੰਦੀ, ਕੁਐਸਚਨ ਆਪਣਾ ਪੁੱਛਣਾ ਚਾਹੁੰਦੀ ਹਾਂ। ਹਾਂਜੀ ਪੁੱਛੋ ਭੈਣ ਜੀ। ਹੈਲੋ, ਹਾਂਜੀ ਪੁੱਛੋ ਜੀ ਭੈਣ ਜੀ, ਆਵਾਜ਼ ਆ ਰਹੀ ਤੁਹਾਡੀ। ਓਕੇ। ਪਹਿਲਾਂ ਆਵਾਜ਼ ਨਹੀਂ ਸੀ ਆ ਰਹੀ। ਮੈਂ ਇਹ ਪੁੱਛਣਾ ਚਾਹੁੰਦੀ ਹਾਂ, ਜਿੱਦਾਂ ਮੇਰੇ ਕੋਲ ਬ੍ਰਿਟਿਸ਼ ਪਾਸਪੋਰਟ ਹੈ ਤੇ ਮੇਰਾ ਪਹਿਲਾ ਡਿਵੋਰਸ ਯੂਰਪ ਦੇ ਵਿੱਚ, ਮੇਰੇ ਹਸਬੈਂਡ ਕੋਲ 5 ਸਾਲ ਦੀ ਇੱਥੇ ਦੀ ਰੈਜ਼ੀਡੈਂਸੀ ਆ, ਉਹਨਾਂ ਕੋਲ ਇੰਡੀਅਨ, ਸਾਡੀ ਕੋਰਟ ਮੈਰਿਜ ਵੀ ਹੋ ਚੁੱਕੀ ਹੈ ਇੱਥੇ। ਅਸੀਂ ਵਾਪਸ ਯੂਕੇ ਆਉਣਾ ਚਾਹੁੰਦੀ ਹਾਂ ਮੈਂ, ਤੇ ਮੇਰੇ ਹਸਬੈਂਡ ਨੂੰ ਯੂਕੇ ਫੈਮਿਲੀ ਵੀਜ਼ਾ ਲੈਣਾ ਚਾਹੀਦਾ ਜਾਂ ਟੂਰਿਸਟ ਵੀਜ਼ਾ, ਤੇ ਉਸ ਮਤਲਬ ਉਹਨਾਂ ਦੀ ਸੈਟਲਮੈਂਟ ਦੀ ਐਪਲੀਕੇਸ਼ਨ ਲੱਗੂਗੀ ਜਿੱਦਾਂ ਹੁਣ ਜੂਨ ਤੋਂ ਪਹਿਲਾਂ ਸਾਨੂੰ ਬੈਟਰ ਹੈ ਜਾਂ ਆਫਟਰ।
ਤੇ ਤੁਸੀਂ ਇਸ ਵੇਲੇ ਕਿੱਥੇ ਰਹਿ ਰਹੇ ਆ ਭੈਣ ਜੀ? ਮੈਂ ਇਸ ਟਾਈਮ ਨੀਦਰਲੈਂਡ ਰਹਿ ਰਹੀ ਹਾਂ। ਅੱਛਾ ਜੀ, ਕਿੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਰਹਿੰਦੇ ਨੂੰ? ਮੈਨੂੰ 2 ਸਾਲ ਹੋ ਗਏ ਆ ਜੀ। 2 ਸਾਲ ਹੋ ਗਏ। ਤੁਸੀਂ ਉੱਥੇ ਕੰਮ-ਕੁਮ ਕਰ ਰਹੇ ਆ ਆਪਣਾ? ਹਾਂਜੀ, ਮੈਂ ਕੰਮ ਕਰ ਰਹੀ ਹਾਂ। ਹਾਂਜੀ, ਮੇਰੇ ਤੁਸੀਂ ਕਿਉਂਕਿ ਆ ਕੰਮ ਸਕਦੇ ਦੇ ਬੇਸ ਤੇ ਮੇਰੇ ਹਸਬੈਂਡ ਨੂੰ ਮਿਲੀ ਸੀ ਕਿਉਂਕਿ ਹਾਂਜੀ ਮੈਂ ਉਹਦੇ ਨਾਲ ਹਾਂਜੀ, ਸੋ ਤੁਸੀਂ ਯੂਰਪ 'ਚ ਰਹਿ ਰਹੇ ਆ, ਤੁਸੀਂ ਉੱਥੇ ਟ੍ਰੀਟੀ ਰਾਈਟਸ ਐਕਸਰਸਾਈਜ਼ ਕਰ ਰਹੇ ਆ, ਤੁਸੀਂ ਬ੍ਰਿਟਿਸ਼ ਨੈਸ਼ਨਲ ਹੈਗੇ ਆ, ਤੁਸੀਂ ਇੱਥੇ ਦੁਬਾਰਾ ਇੰਗਲੈਂਡ ਨੂੰ ਆ ਸਕਦੇ ਹੋ, ਨਾਲ ਹੀ ਨਾਲ ਤੁਹਾਡੇ ਹਸਬੈਂਡ ਵੀ ਤੁਹਾਡੇ ਨਾਲ ਆ ਸਕਦੇ ਨੇ। ਹਾਲੇ ਭੈਣ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਤੁਸੀਂ ਏਦਾਂ ਕਰੋ, ਜਦੋਂ ਸ਼ੋਅ ਖਤਮ ਹੁੰਦਾ ਤੁਸੀਂ ਸਾਨੂੰ ਬੇਸ਼ੱਕ ਫੋਨ ਕਰੋ, ਨੰਬਰ ਆਇਆ ਹੋਣਾ ਸਕਰੀਨ ਦੇ ਉੱਤੇ। ਤੁਸੀਂ ਬੇਸ਼ੱਕ ਸਾਡਾ ਜਿਹੜਾ ਮੋਬਾਈਲ ਨੰਬਰ ਹੈਗਾ ਉਹਦੇ ਉੱਤੇ WhatsApp ਵੀ ਹੈਗਾ, ਤੇ ਤੁਸੀਂ ਇੰਟਰਨੈਸ਼ਨਲ ਓਵਰਸੀਜ਼ ਹੈਗੀ ਹੈ, ਜਿੱਦਾਂ ਤੁਸੀਂ ਕਹਿੰਦੇ ਹੋ ਨੈਦਰਲੈਂਡਸ ਵਿੱਚ ਹੈਗੇ ਹੋ, ਤੁਸੀਂ ਬੇਸ਼ੱਕ ਉੱਥੋਂ ਹੀ ਤੁਸੀਂ ਸਾਨੂੰ ਫੋਨ ਕਰ ਸਕਦੇ ਆ। ਅਸੀਂ ਤੁਹਾਡੇ ਵਾਸਤੇ ਸਮੇਂ ਕੱਢ ਕੇ ਤੁਹਾਨੂੰ ਐਡਵਾਈਸ ਦੇ ਸਕਦੇ ਆ, ਜੋ ਤੁਹਾਡੇ ਸਵਾਲ ਹੈਗੇ ਉਹ ਵੀ ਤੁਹਾਡੇ ਆਨਸਰ ਕਰ ਸਕਦੇ ਡਿਟੇਲ ਦੇ ਵਿੱਚ। ਜੀ ਬਿਲਕੁਲ ਜੀ, ਆਪਾਂ ਦੂਜੀ ਕਾਲ ਉਹਨਾਂ ਨਾਲ ਵਧਦੇ ਹਾਂ ਜੀ। ਇਸ ਵੇਲੇ ਮਾਫ ਕਰਨਾ, ਕਿਉਂ ਕਰਨਾ, ਦੂਸਰੇ ਕਾਲਰ ਸੇ ਮੈਂ ਜੁੜ ਚੁੱਕਿਆ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਹੈਲੋ ਹੈਲੋ, ਹਾਂਜੀ, ਤੁਹਾਡੀ ਸਤਿ ਸ਼੍ਰੀ ਅਕਾਲ ਕਾਲ ਲੱਗ ਗਈ ਹੈ ਜੀ। ਹਾਂਜੀ, ਕੀ ਪੁੱਛਣਾ ਚਾਹੋਗੇ ਜੀ? ਹੈਲੋ, ਤੁਹਾਡੀ ਕਾਲ ਲੱਗ ਗਈ ਹੈ, ਕੀ ਪੁੱਛਣਾ ਚਾਹੋਗੇ ਜੀ? ਹਾਂਜੀ ਸਤਿ ਸ਼੍ਰੀ ਅਕਾਲ ਸਰ। ਹਾਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਪੁੱਛਣਾ ਚਾਹੁੰਦੀ ਹਾਂ, ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ ਜੀ। ਹਾਂ। ਤੁਸੀਂ ਟੈਲੀ ਦੀ ਆਵਾਜ਼ ਨਾ ਸੁਣੋ ਜੀ, ਟੈਲੀਫੋਨ ਤੇ ਗੱਲ ਕਰੋ ਜੀ। ਓਕੇ ਸਰ। ਹਾਂਜੀ ਸਰ, ਮੈਂ ਤੁਹਾਨੂੰ ਪੁੱਛਣਾ ਸੀ, ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ ਅਤੇ ਜਿੱਦਾਂ ਮੇਰੀ ਥੋੜ੍ਹੀ ਫੀਸ ਬਾਕੀ ਹੈ ਅਤੇ ਉਹ ਮੈਂ ਇੰਸਟਾਲਮੈਂਟ ਦੇ ਵਿੱਚ ਕਰਵਾਈ ਹੋਈ ਆ, ਤੇ ਹਾਂਜੀ ਉਹ ਜਿੱਦਾਂ 1-2 ਮਹੀਨੇ ਜੋ ਥੋੜਾ ਡਿਲੇ ਹੋ ਜਾਂਦੀ ਆ, ਤਾਂ ਕੋਈ ਵਰੀ ਦੀ? ਜੀ ਹਾਂਜੀ, ਤੁਸੀਂ ਸਵਾਲ ਕਰੋ, ਆਪਣੀ ਆਵਾਜ਼ ਨਾਲ ਸੁਣੋ, ਸਵਾਲ ਕਰੀ ਜਾਓ ਜੀ। ਹਾਂ ਹਾਂਜੀ ਸਰ। ਸਰ ਕੋਈ ਵਰੀ ਤਾਂ ਨਹੀਂ ਹੈ, ਮਤਲਬ ਜੇ 1-2 ਮੰਥ ਦੀ ਇੰਸਟਾਲਮੈਂਟ ਡਿਲੇ ਹੋ ਜਾਂਦੀ ਆ? ਜੀ ਜੀ ਭੁਪਿੰਦਰ ਸਿੰਘ ਜੀ, ਕੀ ਪ੍ਰੋਬਲਮ ਹੈ? ਹਾਂਜੀ ਭੈਣ ਜੀ, ਕਾਫੀ ਨੋਰਮਲ ਜਿਹੀ ਗੱਲ ਹੈਗੀ ਆ। ਇਸ ਪੈਂਡੈਮਿਕ ਵਿੱਚ ਸਾਰੇ ਲੋਕੀ ਜਿਹੜੇ ਹੈਗੇ ਅਖਾਈ ਚੋਂ ਲੰਘ ਰਹੇ ਆ। ਤੁਸੀਂ ਪਲੀਜ਼ ਜੇ ਤੁਹਾਡੀ ਡਿਲੇ ਹੋਣੀ ਹੈ, ਤੁਸੀਂ ਆਪਣੀ ਯੂਨੀਵਰਸਿਟੀ ਨੂੰ ਇਨਫੋਰਮ ਕਰੋ, ਉਹਨਾਂ ਨੂੰ ਅਪਡੇਟ ਰੱਖੋ ਵੀ ਜਿਹੜੀ ਤੁਹਾਡੀ ਸਰਕਮਸਟੈਂਸਿਸ ਹੈਗੇ ਨੇ ਉਹਨਾਂ ਨੂੰ ਐਕਸਪਲੇਨ ਕਰੋ। ਹੈਗੇ ਉਹ ਵੀ ਇਨਸਾਨ ਹੀ ਆ, ਐਂਡ ਆਮ ਸ਼ੋਰ ਉਹ ਤੁਹਾਡੀ ਹੈਲਪ ਕਰਨਗੇ ਐਂਡ ਅੰਡਰਸਟੈਂਡਿੰਗ ਹੋਣਗੇ। ਓਕੇ ਸਰ। ਹਾਂਜੀ, ਕੋਈ ਵਰੀ ਕਰਨ ਦੀ ਲੋੜ ਨਹੀਂ। ਪੁੱਛਣੀ ਸੀ। ਇਨਫੋਰਮ ਕਰਕੇ ਉਹਨਾਂ ਨੂੰ ਵੀ ਪਤਾ ਹੋਵੇ ਵੀ ਹਾਂਜੀ ਡਿਲੇ ਹੈਗੀ ਹੈ, ਪਰ 1-2 ਮਹੀਨੇ 'ਚ ਉਹ ਆ ਜਾਣਗੇ ਰਕਮ। ਹਾਂਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸਾਨੂੰ ਕਾਲ ਕਰਦਾ। ਅਗਲੇ ਕਾਲਰ ਵੀ ਨਾਲ ਜੁੜੇ ਹੋਏ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹੈਲੋ ਹੈਲੋ ਵੀਰ ਜੀ, ਕਾਲ ਕੌਣ ਬੋਲਦੇ ਜੀ? ਕਾਲ ਲੱਗ ਗਈ ਤੁਹਾਡੀ, ਗੱਲ ਕਰੋ ਜੀ। ਟੀਵੀ ਪਲੀਜ਼ ਤੁਸੀਂ ਆਪਣਾ ਆਫ ਕਰਕੇ ਤੁਸੀਂ ਗੱਲ ਕਰੋ, ਤੁਹਾਡੀ ਕਾਲ ਲੱਗ ਗਈ ਹੈ ਜੀ। ਹੈਲੋ ਹੈਲੋ ਹਾਂਜੀ, ਤੁਸੀਂ ਟੀਵੀ ਆਫ ਕਰਕੇ ਗੱਲ ਕਰੋ, ਤੁਹਾਡੀ ਕਾਲ ਲੱਗ ਗਈ ਹੈ। ਹਾਂਜੀ ਸਰ, ਮੈਂ ਇੱਕ ਚੀਜ਼ ਹੋਰ ਕਨਫਰਮ ਕਰਨੀ ਸੀ। ਜੇ ਆਪਾਂ ਇੰਡੀਆ ਤੋਂ ਕਿਸੇ ਨੂੰ ਵਰਕ ਪਰਮਿਟ 'ਤੇ ਬੁਲਾਉਣਾ ਹੋਏ ਤਾਂ ਬੁਲਾ? ਤੁਸੀਂ ਨਾ ਆਵਾਜ਼ ਪਲੀਜ਼ ਟੈਲੀ ਦੀ ਨਾ ਸੁਣੋ, ਤੁਸੀਂ ਫੋਨ ਤੇ ਗੱਲ ਕਰੋ। ਹਾਂ, ਤੁਸੀਂ ਇੰਡੀਆ ਤੋਂ ਤੁਸੀਂ ਬੁਲਾਉਣਾ ਚਾਹੁੰਦੇ? ਹਾਂਜੀ ਸਰ, ਨਹੀਂ ਟੀਵੀ ਹਾਂਜੀ ਬੰਦ। ਜੀ ਹਾਂਜੀ ਭੈਣ ਜੀ, ਤੁਸੀਂ ਬਿਲਕੁਲ ਮੰਗਾ ਸਕਦੇ ਹੋ ਕਿਸੇ ਨੂੰ ਵਰਕ ਪਰਮਿਟ ਤੇ।
ਵਰਕ ਪਰਮਿਟ ਤੇ ਬੁਲਾਉਣ ਨੂੰ ਪਹਿਲਾਂ ਤੁਹਾਨੂੰ ਇੱਕ ਜੌਬ ਆਫਰ ਚਾਹੀਦੀ ਆ, ਸੋ ਜੇ ਤੁਸੀਂ ਉਹਨਾਂ ਵਾਸਤੇ ਉੱਤੇ ਕੋਈ ਜੌਬ ਟੋਲ ਸਕੋ ਐਂਡ ਜੇ ਉਹ ਜਿਹਨਾਂ ਨੂੰ ਤੁਸੀਂ ਸੱਦਣਾ ਚਾਹੁੰਦੇ ਹੋ ਉਹ ਵਧੀਆ ਲੱਗਣ ਅਗਲੇ EMPLOYER ਨੂੰ, ਉਹ ਉਹਨਾਂ ਨੂੰ ਸਪਾਂਸਰ ਕਰ ਸਕਦੇ ਤੇ ਕੰਮ ਦੇ ਬੇਸ ਤੇ। ਕੰਮ ਦੇ ਬੇਸ ਤੇ ਇਦਾਂ ਹੁੰਦਾ ਵੀ ਬੰਦਾ ਇੱਥੇ ਆਵੇ, ਕੰਮ ਦੇ ਬੇਸ ਤੇ 5 ਸਾਲ ਆਪਣਾ ਕੰਮ ਕਰੇ ਤਾਂ ਫਿਰ 5 ਸਾਲਾਂ ਬਾਅਦ ਇੱਥੇ ਪੱਕਾ ਹੋ ਸਕਦਾ, ਸੈਟਲ ਸਟੇਟਸ ਲੈ ਸਕਦਾ। 6ਵੇਂ ਸਾਲ ਉਹ ਬ੍ਰਿਟਿਸ਼ ਪਾਸਪੋਰਟ ਲੈ ਸਕਦੇ ਆ। ਹਾਂਜੀ, ਇਹ ਕੰਮ ਲਈ ਆਪਾਂ ਕਰ ਸਕਦੇ ਅਪਲਾਈ? ਹਾਂਜੀ ਭੈਣ ਜੀ। ਇਲੈਕਟ੍ਰੀਸ਼ੀਅਨ ਜਾਂ ਬਿਲਡਰ ਦੇ? ਜੀ ਬਿਲਕੁਲ, ਹੁਣ ਜਿਹੜੇ ਜੌਬ ਰੂਟਸ ਹੈ ਉਹ ਕਾਫੀ ਹੱਦ ਤੱਕ ਓਪਨ ਹੋਏ ਆ। ਸੋ ਇਲੈਕਟ੍ਰੀਸ਼ੀਅਨਸ ਕੋਈ ਵੀ ਕੰਸਟਰਕਸ਼ਨ ਦੇ ਕੰਪਨੀ ਦੇ ਰਿਲੇਟਡ ਜੌਬਾਂ ਹੈਗੀਆਂ ਜਿਹੜੇ ਮਿਸਟਰ ਲਖਵਿੰਦਰ ਸਿੰਘ ਜੀ ਕਾਫੀ ਬਰੀਕੀ ਨਾਲ ਜਾਣਦੇ ਹੈਗੇ, ਮੇਰੇ ਤੋਂ ਬਿਹਤਰ ਆਮ ਸ਼ੋਰ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਾਫੀ ਸਕਿੱਲਡ ਜਿਹੜੀ ਹੈਗੀ ਸਿਸਟਮ, ਉਹਦੇ ਵਿੱਚ ਕਾਫੀ ਹੈਗੀ ਵਾਈਡ ਰੇਂਜ। ਕੋਈ ਵੀ ਕੰਸਟਰਕਸ਼ਨ ਦੇ ਵਿੱਚ ਤੁਸੀਂ ਆਕੂਪੇਸ਼ਨ ਲੈ ਲਓ, ਕੋਈ ਕਾਰਪੈਂਟਰ ਲੈ ਲਓ, ਪੰਜਾਬੀ ਦੇ ਮਿਸਤਰੀ ਕਿਹਨੂੰ ਕਹਿੰਦੇ ਹੈਗੇ ਆ, ਰੂਫਰ ਲੈ ਲਓ, ਟਾਰਪੈਂਟਰ ਲੈ ਲਓ, ਈਵਨ ਬ੍ਰਿਕ ਲੇਅਰ ਲੈ ਲਓ, ਇੱਦਾਂ ਦੀ ਚੀਜ਼ਾਂ, ਵਿੰਡੋ ਫਿਟ, ਡਬਲ ਗਲੇਜ਼ਿੰਗ, ਹਰ ਇੱਕ ਚੀਜ਼ ਦੀ ਹੈਗੀ ਹੈ ਕੈਟੇਗਰੀ ਵਾਸਤੇ। ਸਿਰਫ ਤੁਹਾਨੂੰ EMPLOYER ਜੋੜਨਾ ਪੈਂਦਾ ਹੈਗਾ, ਜਿਹੜੇ ਬੰਦੇ ਨੇ ਇੰਡੀਆ ਤੋਂ ਆਉਣਾ ਜਾਂ ਲੇਡੀ ਨੇ ਆਉਣਾ ਇੰਡੀਆ ਤੋਂ, ਉਹਦਾ ਬੈਕਗ੍ਰਾਉਂਡ ਹੋਣਾ ਚਾਹੀਦਾ ਹੈ ਤੇ ਤੁਸੀਂ ਕੰਪਨੀ ਨਾਲ ਜੋੜ ਸਕਦੇ ਹੋ। ਉਹਦੇ ਵਿੱਚ ਚੰਦ ਚੀਜ਼ਾਂ ਜ਼ਰੂਰੀ ਹੈ। ਬੈਕਗ੍ਰਾਉਂਡ ਸਰ ਮੇਰੇ ਕੋਲ ਜਿੱਦਾਂ ਮਤਲਬ ਉਹਨਾਂ ਦਾ ਡਿਪਲੋਮੇਸ ਹੈਗੇ ਇੰਡੀਆ ਦੇ, B1 ਲੈਂਗੁਏਜ ਰਿਕੁਆਇਰਮੈਂਟ ਮਿਨੀਮਮ ਹੁੰਦੀ ਹੈ ਤੇ ਅੱਗੇ ਵੀ ਥੋੜੇ ਜਿਹੇ ਹੋਰ ਅਸੂਲ ਹੈਗੇ ਆ। ਸਰ ਇੰਗਲਿਸ਼ ਟੈਸਟ ਕੋਈ ਤੁਸੀਂ ਇਸ ਤਰ੍ਹਾਂ ਕਰੋ ਜੀ, ਤੁਸੀਂ ਇਹਨਾਂ ਨੂੰ ਨੰਬਰ ਮੋਬਾਈਲ ਨੰਬਰ ਆ ਰਿਹਾ ਜੀ ਸਕਰੀਨ ਦੇ ਉੱਤੇ, ਤੁਸੀਂ ਲਿਖ ਰਹੇ ਹੋ, ਤੁਸੀਂ ਨੰਬਰ ਨੋਟ ਕਰ ਲਓ ਤੇ ਖੁੱਲ੍ਹਾ ਬਾਅਦ ਵਿੱਚ ਕਾਲ ਕਰ ਲਿਓ ਜੀ। ਓਕੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਵੱਧ ਅਗਲੇ ਕਾਲ ਕਰਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਪਣੇ ਟੈਲੀ ਦੀ ਆਵਾਜ਼ ਪਲੀਜ਼ ਬੰਦ ਕਰ ਦਿਓ, ਬਿਲਕੁਲ ਆਫ ਕਰ ਦਿਓ ਜੀ ਤੇ ਟੈਲੀਫੋਨ ਤੇ ਗੱਲ ਕਰੋ। ਹੈਲੋ ਜੀ। ਹਾਂਜੀ, ਤੁਹਾਡੀ ਕਾਲ ਆ ਗਈ ਹੈ ਜੀ। ਤੁਹਾਡਾ ਕੀ ਕਹਿਣਾ ਚਾਹੋਗੇ? ਪਲੀਜ਼ ਟੈਲੀ ਦੀ ਆਵਾਜ਼ ਬਹੁਤ ਘੱਟ ਕਰ ਲਓ ਜੀ, ਟੈਲੀ ਦੀ ਆਵਾਜ਼ ਬਿਲਕੁਲ ਬੰਦ ਹੀ ਕਰ ਦਿਓ। ਹਾਂਜੀ ਹਾਂਜੀ, ਹੁਣ ਪੁੱਛੋ ਜੀ, ਕੀ ਪੁੱਛਣਾ? ਜੀ ਅਸੀਂ ਪੁੱਛਣਾ, ਇੰਡੀਆ ਤੋਂ ਕਿਸੇ ਨੂੰ ਮੰਗਵਾਉਣਾ ਮੁੰਡੇ ਨੂੰ। ਅੱਛਾ ਜੀ। ਪੈਸੇ ਦਿਖਾ ਕੇ ਤੁਸੀਂ ਆ ਸਕਦੇ ਨਾ? ਤੁਸੀਂ ਕਿਸ ਤਰ੍ਹਾਂ ਮੰਗਵਾਉਣਾ ਇੰਡੀਆ ਤੋਂ ਜੀ? ਕਿਉਂਕਿ ਕਿਸੇ ਸਕਿੱਲ ਦੇ ਵਿੱਚ ਮੰਗਵਾਉਣਾ ਜਾਂ ਕਿਸ ਤਰ੍ਹਾਂ ਮੰਗਵਾਉਣਾ, ਕੌਣਾ ਤੁਹਾਡਾ ਉਹਦੇ ਜੀ? ਬਿਜ਼ਨਸ ਤੋਂ। ਵਕੀਲ ਸਾਹਿਬ ਜੀ, ਤੁਸੀਂ ਜਵਾਬ ਦਿਓ। ਫਿਰ ਉਹ ਕਹਿੰਦੇ ਅਸੀਂ ਇੰਡੀਆ ਤੋਂ ਕਿਸੇ ਨੂੰ ਮੰਗਵਾਉਣਾ, ਵੀ ਪੈਸੇ ਦਿਖਾ ਸਕਦੇ ਆ। ਇਹ ਤਾਂ ਕੁਐਸਚਨ ਤੋਂ ਮੇਰੇ ਖਿਆਲ ਪੂਰਾ ਬਣਿਆ ਵੀ ਨਹੀਂ। ਵੀ ਤੁਸੀਂ ਕਿਸ ਤਰ੍ਹਾਂ ਮੰਗਵਾਉਣਾ ਚਾਹੁੰਦੇ ਭੈਣ ਜੀ? ਕੋਸ਼ਿਸ਼ ਕਰੋ ਤੁਸੀਂ ਦੱਸਣ ਦੀ। ਇਕੱਲੀ ਰਕਮ ਦੇ ਬੇਸ ਤੇ ਨਹੀਂ ਅਸੀਂ ਕਿਸੇ ਨੂੰ ਮੰਗਾ ਸਕਦੇ। ਇਸ ਤਰ੍ਹਾਂ ਦੀ ਸਹੂਲਤ ਪੈਸੇ ਭੇਜ ਦੋ ਤਾਂ ਫਿਰ ਮੰਗਵਾ ਸਕਦੇ ਆ ਇਨਵੈਸਟਮੈਂਟ ਲਈ। ਹਾਂਜੀ ਹਾਂਜੀ, ਨਹੀਂ ਇਸ ਤਰ੍ਹਾਂ ਦਾ ਰੂਟ ਹੁਣ ਹੈਗਾ ਭੈਣ ਜੀ। ਸੋ ਇਕੱਲੇ ਰਕਮ ਦੇ ਬੇਸ ਤੇ ਨਹੀਂ ਤੁਸੀਂ ਇੱਥੇ ਆ ਸਕਦੇ ਜਾਂ ਸਟੇ ਲੈ ਸਕਦੇ। ਜੇ ਤੁਹਾਡਾ ਕੋਈ ਆਲਰੇਡੀ ਉੱਥੇ ਕੋਈ ਬਿਜ਼ਨਸ ਹੈਗਾ, ਜੇ ਤੁਸੀਂ ਉਹਦੀ ਇੱਥੇ ਇੰਗਲੈਂਡ 'ਚ ਆ ਕੇ ਬ੍ਰਾਂਚ ਖੋਲ੍ਹਣਾ ਚਾਹੁੰਦੇ ਆ ਤਾਂ ਉਸ ਹਿਸਾਬ ਨਾਲ ਤੁਸੀਂ ਆ ਸਕਦੇ ਆ। ਜਾਂ ਤੁਸੀਂ ਕੋਈ ਵਰਕ ਪਰਮਿਟ ਸਕੀਮ ਦੇ ਥਰੂ ਤੁਸੀਂ ਆਉਣਾ, ਉੱਥੇ ਆ ਸਕਦੇ ਆ। ਹਾਂਜੀ, ਪਰ ਇਕੱਲੇ ਪੈਸੇ ਦਿਖਾ ਕੇ ਰਕਮ ਜਾਂ ਕੋਈ ਇਨਵੈਸਟਮੈਂਟ ਦੇ ਤੌਰ ਤੇ ਹੁਣ ਜਿਹੜਾ ਹੈਗਾ ਰਾਹ ਕਾਫੀ ਡਿਫਿਕਲਟ ਹੈਗਾ ਰੂਟਸ, ਰਾਈਟ। ਬਟ ਉਹਦੇ ਵਿੱਚ ਕਾਫੀ ਗਹਿਰਾਈ 'ਚ ਆਪਾਂ ਨੂੰ ਫਿਰ ਗੱਲ ਕਰਨੀ ਪੈਣੀ ਹੈ। ਤੁਸੀਂ ਨੰਬਰ ਸਾਡਾ ਨੋਟ ਕਰ ਲਓ ਪਲੀਜ਼, ਸਾਨੂੰ ਬਾਅਦ 'ਚ ਆਪਾਂ ਫੋਨ ਕਰ ਲਿਓ। ਆਪਾਂ ਤੁਹਾਡਾ ਫਿਰ ਬਿਜ਼ਨਸ ਜਿਹੜਾ ਹੈਗਾ ਜਾਂ ਜਿਸ ਹਿਸਾਬ ਦੀ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਉਹ ਸਮਝ ਕੇ ਤੁਹਾਨੂੰ ਐਡਵਾਈਸ ਕਰ ਸਕਦੇ ਹਾਂ। ਜੀ ਬਿਲਕੁਲ, ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਕਾਲ ਕਰਨ ਦਾ ਜੀ। ਅਗਲੇ ਕਾਲਰ ਅਸੀਂ ਦੇਖਦੇ ਹਾਂ ਜੀ। ਬਾਅਦ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਸ਼ੋਅ ਦੇ ਵਿੱਚ। ਕੀ ਪੁੱਛਣਾ ਚਾਹੋਗੇ ਜੀ? ਭਾਈ ਸਾਹਿਬ, ਮੈਂ ਜਰਮਨ ਤੋਂ ਬੋਲਦਾ ਪਿਆ ਜੀ। ਹਾਂਜੀ, ਜਰਮਨ ਤੋਂ ਬੋਲਦਾ ਜੀ। ਵੀਰ ਸਿੰਘ ਸਾਹਿਬ ਜੀ, ਆਪਣਾ ਨਾਮ ਕੀ ਹੈ ਜੀ? ਹਾਂਜੀ, ਮੈਂ ਇਹ ਬੇਨਤੀ ਕਰਨੀ ਸੀ, ਇਹਦੇ ਪੜ੍ਹੇ ਲਿਖੇ ਵਕੀਲ ਬੈਠੇ ਨੇ, ਤੁਸੀਂ ਪੜ੍ਹੇ ਲਿਖੇ ਹੋ, ਪਰ ਇੱਕ ਵਾਰੀ ਸਾਰਿਆਂ ਨੂੰ ਇਹ ਗੱਲ ਕਹੋ ਕਿ ਤੁਸੀਂ ਜਿਹੜਾ ਆਪਣਾ TV ਬੰਦ ਕਰਕੇ ਫਿਰ ਤੁਸੀਂ ਗੱਲ ਕਰਿਆ ਕਰੋ।
ਸਿਰਫ ਸਾਡੀਆਂ 2-3 ਕਾਲਾਂ ਹੀ ਲੱਗੀਆਂ ਨੇ, ਕਿੰਨਾ ਸਮਾਂ ਨਿਕਲ ਜਾਂਦਾ ਆ। ਤੇ ਇੱਕ ਵਾਰੀ ਸਾਰੇ ਲੋਕਾਂ ਨੂੰ ਇਹ ਬੇਨਤੀ ਹੈਗੀ ਆ ਕਿ ਆਪਣਾ TV ਬੰਦ ਕਰ ਲਿਆ ਕਰੋ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈ ਸਕੀਏ। ਜੀ ਜੀ ਮਿਹਰਬਾਨੀ। ਮੈਂ ਗੁਰਦੁਆਰਾ ਥੈਂਕ ਯੂ ਭਾਜੀ। ਧੰਨਵਾਦ ਹੈ ਜੀ। ਹੋਰ ਕੋਈ ਸਵਾਲ ਪੁੱਛਣਾ ਚਾਹੋਗੇ? ਹੈਲੋ, ਮੇਰੇ ਖਿਆਲ ਜੀ ਕਾਲ ਡ੍ਰੌਪ ਹੋ ਚੁੱਕੀ ਹੈ। ਮੈਂ ਵੀਰ ਜੀ ਦਾ ਬਹੁਤ ਧੰਨਵਾਦ ਕਰਦਾ ਜੀ, ਜਰਮਨ ਤੋਂ ਬੋਲ ਰਿਹਾ ਸਾਹਿਬ, ਕਿਉਂਕਿ ਉਹਨਾਂ ਨੇ ਵੀ ਇਹ ਗੱਲ ਮਹਿਸੂਸ ਕੀਤੀ ਆ ਵੀ ਜਦੋਂ ਟੈਲੀ ਦੀ ਅਸੀਂ ਆਵਾਜ਼ ਉੱਚੀ ਕਰਦੇ ਹਾਂ ਤੇ ਅਸੀਂ ਸੁਣਨ ਲੱਗਦੇ ਹਾਂ ਜੀ, ਤੇ ਫਿਰ ਉਹ ਅਸੀਂ ਸੁਣ ਨਹੀਂ ਪਾ ਰਹੇ। ਕਾਲ ਜਿਹੜੀ ਆ ਸਹੀ ਤੌਰ ਤਰੀਕੇ ਦੇ ਨਾਲ ਨਹੀਂ ਆ ਰਹੀ ਤੇ ਉਹਦਾ ਜਵਾਬ ਵੀ ਵਕੀਲ ਸਾਹਿਬ ਜੀ ਸਹੀ ਤਰੀਕੇ ਨਾਲ ਨਹੀਂ ਦੇ ਰਿਹਾ। ਸੋ ਇਹ ਅਸੀਂ ਦੇਖਿਆ ਕਿ ਵੀਰ ਜੀ ਨੇ ਇਸ ਗੱਲ ਮਹਿਸੂਸ ਕਰਕੇ ਤੇ ਉਹਨਾਂ ਨੇ ਬਹੁਤ ਚੰਗੀ ਗੱਲ ਜਿਹੜੀ ਆ ਸਾਡੇ ਦਰਸ਼ਕਾਂ ਨੂੰ ਵੀ ਇਹ ਕਹੀ ਆ, ਤੁਸੀਂ ਪਲੀਜ਼ TV ਜਿਹੜਾ ਨਾ ਆਪਣਾ ਉਹ ਬਿਲਕੁਲ ਬੰਦ ਕਰ ਲਿਆ ਕਰੋ ਤੇ ਫਿਰ ਸਾਨੂੰ ਜ਼ਰੂਰ ਤੁਸੀਂ ਕਾਲ ਕਰਿਆ ਕਰੋ। ਫਿਰ ਸਾਨੂੰ ਵੀ ਸਮਝ ਆ ਜਾਏਗੀ ਤੁਸੀਂ ਕੀ ਸਵਾਲ ਕਰ ਰਹੇ ਆ ਤੇ ਤੁਹਾਨੂੰ ਵੀ ਉਹਦਾ ਜਵਾਬ ਜਿਹੜਾ ਉਹ ਸਹੀ ਤੌਰ ਤੇ ਮਿਲ ਜਾਏਗਾ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਤੁਹਾਡਾ, ਜਰਮਨ ਤੋਂ ਤੁਹਾਨੂੰ ਕਾਲ ਕਰਨ ਦਾ ਬਹੁਤ ਤੁਹਾਡਾ ਧੰਨਵਾਦ ਹੈ। ਹਾਂਜੀ ਗੁਰਜਿੰਦਰ ਸਿੰਘ ਜੀ ਆਪਾਂ ਗੱਲ ਕਰ ਰਹੇ ਸੀ। ਭਾਜੀ ਦਾ ਥੈਂਕ ਯੂ। ਆਪਾਂ ਕਾਲ ਲੈ ਲਈਏ ਪਹਿਲਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਹੈਲੋ, ਕਾਲ ਤੁਹਾਡੀ ਲੱਗ ਗਈ ਹੈ ਜੀ, ਗੱਲ ਕਰੋ ਜੀ। ਹੈਲੋ, ਮੇਰੇ ਖਿਆਲ ਕਾਲ ਡ੍ਰੌਪ ਹੋ ਚੁੱਕੀ ਹੈ ਜੀ। ਕੋਈ ਤੁਸੀਂ ਦੁਬਾਰਾ ਫਿਰ ਕੋਸ਼ਿਸ਼ ਕਰੋ ਜੀ ਸਾਨੂੰ ਕਾਲ ਕਰਨ ਦੀ। ਆਪਣਾ ਸਵਾਲ ਜਿਹੜਾ ਤੁਸੀਂ ਜ਼ਰੂਰ ਸਾਨੂੰ ਪੁੱਛੋ। ਸਾਡੇ ਰਹਿੰਦੇ ਟਾਈਮ ਦੇ ਵਿੱਚ, ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹਦੇ ਵਿੱਚ ਰਹਿੰਦੇ ਟਾਈਮ ਤੁਸੀਂ ਜ਼ਰੂਰ ਆਪਣਾ ਸਵਾਲ ਪੁੱਛ ਸਕਦੇ ਆ ਜੀ, ਤੇ ਪੁੱਛੋ ਸਾਨੂੰ ਸਵਾਲ। ਤੇ ਬਾਰ-ਬਾਰ ਸਾਡਾ ਇਹ ਕਹਿਣਾ ਹੈ ਕਿ ਤੁਸੀਂ ਆਪਣੀ ਟੈਲੀ ਜਿਹੜਾ ਹੈਗਾ ਉਹਦੀ ਆਵਾਜ਼ ਜਿਹੜੀ ਆ ਜੀ ਉਹ ਜ਼ਰੂਰ ਬੰਦ ਕਰ ਲਿਆ ਕਰੋ ਜਦੋਂ ਤੁਸੀਂ ਤੁਹਾਨੂੰ ਸਵਾਲ ਕੋਈ ਵੀ ਪੁੱਛਣਾ ਹੈ ਜੀ। ਬਹੁਤ ਬਹੁਤ ਤੁਹਾਡਾ ਕਾਲ ਕਰਨ ਦਾ ਧੰਨਵਾਦ ਜੀ। ਗੁਰਜਿੰਦਰ ਸਿੰਘ ਜੀ। ਹਾਂਜੀ ਸਰ, ਸੋ ਆਪਾਂ ਗੱਲ ਕਰ ਰਹੇ ਸੀਗੇ ਵੀ ਵਿਆਹ ਦੇ ਬੇਸ ਤੇ ਜਿਹੜੇ ਲੋਕੀ ਉਹਨਾਂ ਨੂੰ ਡਰ ਹੁੰਦਾ ਵੀ ਜੇ ਆਪਾਂ ਕੱਚੇ ਰਹੀਏ ਤਾਂ ਵਿਆਹ ਦੇ ਬੇਸ ਤੇ ਜੇ ਕੋਈ ਫਾਈਲ ਲਾਈਏ ਕਾਲ ਲੈ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਸਵਾਗਤ ਤੁਹਾਡਾ ਜੀ। ਕੀ ਪੁੱਛਣਾ ਚਾਹੋਗੇ ਜੀ? ਹਾਂਜੀ ਭਾਜੀ, ਮੈਂ ਆ ਤੇ ਪ੍ਰੋਗਰਾਮ ਸੁਣਦਾ ਸੀ ਤਾਂ ਆਪਣਾ ਤੇ ਮੈਂ ਉੱਥੇ ਨਾ ਗੱਲ ਕਰਦਾ ਸੀ ਇੱਦਾਂ ਜੀ। ਤੇ ਤੁਸੀਂ ਕਰਤਾ ਤੇ ਗੱਲ ਨਹੀਂ। ਪਲੀਜ਼ ਟੈਲੀ ਦੀ ਆਵਾਜ਼ ਘੱਟ ਕਰ ਲਓ ਜੀ। ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਜੀ, ਟੈਲੀ ਦੀ ਆਵਾਜ਼ ਘੱਟ ਕਰ ਦਿਓ। ਹਾਂਜੀ, ਮੈਂ ਕਹਿੰਦਾ ਭਾਜੀ ਪ੍ਰੋਗਰਾਮ ਚੱਲਣ ਡਿਆ ਸੀ, ਮੈਂ ਸੁਣਦਾ ਸੀਗਾ ਤੇ ਮੈਂ ਗੱਲ ਕਰ ਸਕਦਾ ਉਹਦੇ ਨਾਲ ਜੀ? ਕਰੋ ਗੱਲ, ਬਿਲਕੁਲ। ਠੀਕ ਹੈ ਜੀ। ਚਲੋ ਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਵਾਲ ਕੀ ਤੁਹਾਡਾ ਭਾਜੀ? ਸਤਿ ਸ਼੍ਰੀ ਅਕਾਲ। ਆਵਾਜ਼ ਆ ਰਹੀ, ਪੁੱਛ ਲਓ। ਸਤਿ ਸ਼੍ਰੀ ਅਕਾਲ ਭਾਜੀ। ਤੁਹਾਡਾ ਸਵਾਲ ਪੁੱਛੋ ਜੀ। ਮੇਰੇ ਖਿਆਲ ਜੀ ਕਾਲ ਮੈਨੂੰ ਲੱਗਦਾ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਤੁਸੀਂ ਆਪਣਾ ਸਵਾਲ ਪੁੱਛੋ ਜੀ। ਕੀ ਸਵਾਲ ਤੁਹਾਡਾ? ਹਾਂਜੀ ਭਾਜੀ, ਜਿੱਦਾਂ ਮੈਨੂੰ ਇੱਥੇ ਹੋ ਗਏ 21 ਸਾਲ ਜੀ। 21 ਸਾਲ ਹੋ ਗਏ? ਹਾਂਜੀ, ਤੇ ਮੈਂ ਜਿੱਦਾਂ ਰੂਫ ਦਾ ਕੰਮ ਬਹੁਤ ਵਧੀਆ ਕਰ ਲੈਂਦਾ ਆ। ਠੀਕ ਹੈ। ਤੇ ਮੈਨੂੰ ਜਿੱਦਾਂ ਹੁਣ ਇੱਕ ਵਾਰੀ ਬਹੁਤ ਟਾਈਮ ਹੋ ਗਿਆ ਤੇ 15-16 ਸਾਲ ਸ਼ੱਕ ਦੇ ਆਧਾਰ ਤੇ ਫੜ ਲਿਆ ਸੀ ਇਹਨਾਂ ਨੇ ਏਦਾਂ। ਅੱਛਾ। ਉਹੀ ਕੇਸ ਵਿੱਚ ਲਮਕਾਈ ਜਾਂਦੇ ਏਦਾਂ। ਤੁਸੀਂ ਮੇਰੇ ਖਿਆਲ ਤੁਹਾਨੂੰ 21 ਸਾਲ ਇਸ ਵੇਲੇ ਕੋਲ ਮਿਲਾ ਕੇ ਹੋ ਗਏ ਆ। ਹਾਂਜੀ ਜੀ। ਵਕੀਲ ਸਾਹਿਬ ਜੀ ਸੁਣੋ ਆਪਾਂ ਕੀ ਕਹਿੰਦੇ ਆ। ਵਕੀਲ ਸਾਹਿਬ ਜੀ ਤੁਹਾਨੂੰ ਦੱਸਣਗੇ। ਹਾਂਜੀ ਹਾਂਜੀ ਭਾਜੀ, ਮੈਨੂੰ ਮਾੜਾ ਜਿਹਾ ਫੇਰ ਦੀ ਸਮਝਾਈਏ। ਤੁਹਾਡਾ ਕੋਈ ਕੇਸ ਪੈਂਡਿੰਗ ਆ ਇਸ ਤਰ੍ਹਾਂ? ਨਹੀਂ ਭਾਜੀ, ਕੇਸ ਤਾਂ ਮੈਂ ਲਾਇਆ ਨਹੀਂ ਸੀਗਾ ਜੀ ਜਦੋਂ ਆਇਆ ਸੀਗਾ ਏਦਾਂ। ਹੋਰ ਨਾਂ ਤੇ ਆਇਆ ਸੀਗਾ ਜਦੋਂ ਮੈਂ ਫੜਿਆ ਸੀ 2010 ਵਿੱਚ, ਪਤਾ ਨਹੀਂ ਤੇ 3 ਚ ਪਤਾ ਨਹੀਂ। ਹਾਂਜੀ ਲੱਗਦਾ ਮੈਨੂੰ। ਤੇ ਉਹ ਸ਼ੱਕ ਦੇ ਆਧਾਰ ਤੇ ਮੈਨੂੰ ਫੜਿਆ ਸੀ ਏਦਾਂ ਨਾ। ਸ਼ੱਕ ਦੇ ਆਧਾਰ ਤੇ, ਠੀਕ ਹੈ। ਤੇ ਉਹੀ ਫਿਰ ਕੇਸ ਲਮਕਾਈ ਜਾਂਦੇ ਬਾਅਦ ਵਿੱਚ ਹੀ। ਮੁੜ ਕੇ ਫਿਰ ਮੈਨੂੰ 2015 ਚ ਫੜਿਆ ਸੀ ਬਾਅਦ ਵਿੱਚ।
ਤੇ ਫਿਰ ਮੈਂ ਵਿਆਹ ਤੇ ਵੀ ਲਾਇਆ ਸੀਗਾ ਤੇ ਚਲੋ ਉਹ ਤਾਂ ਕੈਂਸਲ ਕਰਤਾ ਤੇ ਉਹ ਸ਼ੱਕ ਦੇ ਆਧਾਰ ਤੇ ਵੀ ਜਿੱਦਾਂ ਕੁਛ ਕਰਦੇ ਨਹੀਂ ਹੈਗੇ ਇਹਦਾ। ਠੀਕ ਹੈ ਭਾਜੀ। ਯਾ ਜੇ ਤੁਹਾਨੂੰ ਭਾਜੀ ਹਾਂਜੀ। 20 ਸਾਲ ਪੂਰੇ ਹੋ ਗਏ ਆ ਤਾਂ ਤੁਸੀਂ ਹੁਣ ਅੱਜ ਦੀ ਡੇਟ 'ਚ ਫਾਈਲ ਆਪਣੀ ਲਾ ਸਕਦੇ ਆ 20 ਸਾਲ ਦੀ ਰੈਜ਼ੀਡੈਂਸ ਦੇ ਬੇਸ ਤੇ। ਤੁਹਾਨੂੰ ਸਾਬਿਤ ਕਰਨੇ ਪੈਣੇ ਆ ਪੂਰੇ 20 ਸਾਲ ਵੀ ਤੁਸੀਂ ਇੱਥੇ ਇੰਗਲੈਂਡ 'ਚ ਹੀ ਰਹਿੰਦੇ ਰਹੇ ਆ। ਜੇ ਤੁਹਾਡੇ ਕੋਲ ਸਬੂਤ ਪੂਰੇ ਹੈਗੇ ਆ ਤਾਂ ਤੁਸੀਂ ਆਪਣਾ ਕੇਸ ਲਾਓਗੇ ਤਾਂ ਆਮ ਸ਼ੋਰ ਤੁਹਾਨੂੰ ਸਟੇ ਮਿਲ ਜਾਏਗੀ। ਤੇ ਭਾਜੀ ਪਤਾ ਮੈਂ ਜਦੋਂ ਉਹ ਨਾਂ ਨਹੀਂ ਯੂਜ਼ ਕੀਤਾ ਜੀ, ਇਦਾਂ ਮੈਂ ਕਿਸੇ ਹੋਰ ਨਾਂ ਤੇ ਆਇਆ ਸੀ ਇੱਥੇ ਇਦਾਂ। ਠੀਕ ਹੈ ਜੀ। ਰਾਈਟ। ਹਾਂਜੀ। ਆਈ ਮੀਨ ਜਿਹੜਾ ਏਲੀਅਸ ਯੂਜ਼ ਕਰਨਾ, ਉਹਨੂੰ ਇੰਗਲਿਸ਼ ਆਪਾਂ ਏਲੀਅਸ ਕਹਿ ਦਿੰਦੇ ਆ ਨਾ, ਇਹ ਕਾਫੀ ਕਾਮਨ ਜਿਹੀ ਗੱਲ ਆ। ਲੋਕੀ ਫੜ ਹੁੰਦੇ ਆ, ਗਲਤ ਨਾਂ ਗਲਤ ਡੇਟ ਆਫ ਬਰਥ ਦੇ ਦਿੰਦੇ ਆ, ਡਰ ਹੁੰਦਾ ਲੋਕਾਂ ਦੇ ਮਨ 'ਚ ਵੀ ਸਾਨੂੰ ਚੜ੍ਹਾਈ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ। ਇਟਸ ਨੋਟ ਇੱਡੀ ਕੋਈ ਵਰੀ ਕਰਨ ਦੀ ਲੋੜ ਨਹੀਂ ਭਾਜੀ। ਤੁਸੀਂ ਸਾਨੂੰ ਫੋਨ ਕਰ ਲਿਓ ਬਾਅਦ 'ਚ ਐਂਡ ਆਪਾਂ ਫਿਰ ਤੁਹਾਡੇ ਨਾਲ ਬਹਿ ਕੇ ਤੁਹਾਨੂੰ ਫਿਰ ਡਿਸਕਸ ਕਰ ਸਕਦੇ ਹਾਂ ਵੀ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਜਾਂ ਕਿਸ ਤਰ੍ਹਾਂ ਹੋ ਸਕਦਾ। ਠੀਕ ਹੈ, ਥੈਂਕ ਯੂ ਭਾਜੀ। ਥੈਂਕ ਯੂ ਭਾਜੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਦਾ ਸਾਨੂੰ। ਗੁਰਜਿੰਦਰ ਸਿੰਘ ਜੀ, ਜਿਵੇਂ ਗੱਲ ਸਾਡੇ ਵੀਰ ਜੀ ਕਰ ਰਹੇ ਸੀਗੇ ਵੀ ਉਹ ਉਹਨਾਂ ਨੂੰ ਇਸ ਵੇਲੇ ਜਿਹੜਾ 21 ਸਾਲ ਹੋ ਗਿਆ ਲੇਕਿਨ ਨਾਮ ਪੂਰਨ ਨੇ ਕੋਈ ਹੋਰ ਵਰਤਿਆ ਹੋਇਆ ਸੀਗਾ ਤੇ ਲੇਕਿਨ ਜਿਸ ਇਹਨਾਂ ਕੋ ਵੀਰ ਕੋ ਕੋਈ ਆਈਡੀ ਤੇ ਹੋਏਗੀ ਕਿ ਕਿਸ ਪਾਸਪੋਰਟ ਤੇ ਆਏ ਸਨ ਇੱਥੇ ਤੇ ਕੀ ਇਹ ਜਿਹੜਾ ਕੇਸ ਆ 20 ਸਾਲ ਤੋਂ ਬਾਅਦ ਤੇ ਉਸ ਪਾਸਪੋਰਟ ਦੇ ਆਧਾਰ ਤੇ ਦੱਸ ਸਕਦੇ ਆ ਜਾਂ ਕਿ ਇਹਨਾਂ ਨੂੰ ਕੋਈ ਹੋਰ ਡਾਕੂਮੈਂਟ ਜਿਹੜੇ ਇਹਨਾਂ ਨੇ ਜੋ ਨਾਮ ਲਿਖਾਇਆ। ਆਪਾਂ ਕਾਲ ਇੱਕ ਲੈ ਲਈਏ ਸਭ ਤੋਂ ਪਹਿਲਾਂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਜੀ। ਹੈਲੋ ਹਾਂਜੀ ਹੈਲੋ ਜੀ, ਤੁਹਾਡੀ ਕਾਲ ਲੱਗ ਗਈ ਹੈ ਜੀ, ਕੀ ਪੁੱਛਣਾ ਚਾਹੋਗੇ? ਭਾਜੀ ਇਹ ਡਬਲ ਆਵਾਜ਼ ਆਉਂਦੀ ਆ। ਤੁਸੀਂ ਆਪਣਾ ਟੈਲੀ ਬੰਦ ਕਰ ਲਓ ਨਾ, ਡਬਲ ਆਵਾਜ਼ ਹਟ ਜਾਏਗੀ। ਓਕੇ ਓਕੇ, ਥੈਂਕ ਯੂ। ਹਾਂਜੀ ਫੋਨ ਤੇ ਗੱਲ ਕਰੋ। ਹਾਂਜੀ ਪੁੱਛੋ ਸਵਾਲ ਜੀ। ਵੀਰ ਜੀ ਸਵਾਲ ਪੁੱਛੋ ਜੀ। ਟੈਲੀਫੋਨ ਹੀ ਬੰਦ Hello? ਕਰ ਲਿਆ ਵਿਚਾਰੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਵਾਲ ਪੁੱਛੋ। ਮੇਰੇ ਖਿਆਲ ਨਾਲ ਹੀ ਲੱਗਦਾ ਕਿ ਫੋਨ ਵੀ ਉਹਨਾਂ ਨੇ ਡਿਸਕਨੈਕਟ ਹੋ ਗਿਆ ਜੀ। ਕੋਈ ਗੱਲ ਨਹੀਂ, ਤੁਸੀਂ ਕਿਉਂਕਿ ਥੋੜਾ ਜਿਹਾ ਟਾਈਮ ਅਜੇ ਰਹਿੰਦਾ ਸਾਡਾ ਤੇ ਡ੍ਰੌਪ ਹੋ ਗਈ ਕਾਲ। 3 ਮਿੰਟ ਦਾ ਸਮਾਂ ਪਿਆ ਸਾਡੇ ਕੋਲ। ਸਵਾਲ ਤੁਸੀਂ ਕਰ ਸਕਦੇ ਹੋ ਦੁਬਾਰਾ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਵਿਊ ਸਭ ਤੋਂ ਪਹਿਲਾਂ ਮੈਂ ਲਖਵਿੰਦਰ ਸਿੰਘ ਜੀ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਅਗਰ ਕਾਲ ਆਪਾਂ ਨੂੰ ਆ ਗਈ ਤੇ ਆਪਾਂ ਜ਼ਰੂਰ ਕਾਲ ਵਿੱਚ ਲੈ ਲਾਂਗੇ। ਅਖੀਰ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਜਿਹੜੀ ਬ੍ਰੈਗਜ਼ਿਟ ਪੂਰੀ ਕੰਪਲੀਟ ਹੋਣ ਵਾਲੀ ਹੈ ਬੰਦ 30th of June 2021 ਦੇ ਵਿੱਚ 1st of July ਦੇ ਵਿੱਚ ਨਵੇਂ ਅਸੂਲ ਆਉਣ ਲੱਗੇ ਆ। ਉਹ ਕਾਫੀ ਸਖਤ ਹੈਗੇ ਆ, ਜਿਹਦੇ ਵਿੱਚ ਲੈਂਗੁਏਜ ਰਿਕੁਆਇਰਮੈਂਟ, ਮੇਨਟੇਨੈਂਸ ਰਿਕੁਆਇਰਮੈਂਟ, suitability, good character ਸਭ ਕੁਝ ਹੈਗੇ ਆ। ਇਸ ਸਮੇਂ ਦੇ ਵਿੱਚ UK EU ਲਾਅ ਦੇ ਵਿੱਚ ਕਾਫੀ ਰਿਲੈਕਸ ਪ੍ਰੋਵੀਜ਼ਨ ਹੁੰਦੇ ਆ। ਉਹ ਲੀਗਲ ਟੈਸਟ ਕਾਫੀ ਈਜ਼ੀ ਹੁੰਦੇ ਮੀਟ ਕਰਨ ਵਾਸਤੇ ਹੈਗੇ ਆ ਐਪਲੀਕੇਸ਼ਨ। ਜਦੋਂ ਟੱਪ ਜਾਣਾ ਕਾਲਰ ਜੁੜ ਗਿਆ ਜੀ ਆਪਣੇ ਨਾਲ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਤੁਹਾਡਾ ਸਵਾਗਤ ਹੈ ਜੀ। ਕੀ ਪੁੱਛਣਾ ਚਾਹੋਗੇ ਜੀ? ਹਾਂਜੀ ਮੈਂ ਆਹੀ ਕਹਿਣਾ ਚਾਹੁੰਦਾ ਸੀ ਹੈ ਨਾ, ਤੇ ਲੇਕਿਨ ਮੈਨੂੰ ਇੱਕ ਤਾਂ 25 ਸਾਲ ਹੋਇਆ ਇੱਥੇ ਆਇਆ ਨੂੰ ਹੈ ਨਾ, ਮੇਰੇ ਕੋਲ ਡੱਚ ਪਾਸਪੋਰਟ ਆ। ਅੱਛਾ ਜੀ। ਤੇ ਡੱਚ ਪਾਸਪੋਰਟ ਆ ਤੇ ਲੇਕਿਨ ਮੇਰੀ ਮਿਸਿਸ ਨੂੰ 15 ਸਾਲ ਹੋ ਗਏ। ਮੈਂ ਚਾਹੁੰਦਾ ਸੀ ਕਿ ਮੈਂ ਕਿਸੇ ਨੂੰ ਮੰਗਾ ਸਕਦਾ ਈਜ਼ੀ ਵੇ। ਮੇਰੇ ਕੋਲ ਘਰ ਬਾਰ, ਮੈਂ ਕੰਮ ਕਾਰ ਸਭ ਕੁਝ ਠੀਕ ਆ। ਮੈਂ ਅੱਗੇ ਕੰਮ ਕਰਦਾ ਕੰਪਨੀ ਤੇ। ਤੁਹਾਡੀ ਵਾਈਫ ਕਿਹੜੇ ਮੁਲਕ ਹੈ ਜੀ ਇੰਡੀਆ ਦੇ ਵਿੱਚ? ਹਾਂਜੀ ਤੁਹਾਡੀ ਵਾਈਫ ਨੂੰ ਤੁਸੀਂ ਮੰਗਵਾਉਣਾ ਚਾਹੁੰਦੇ ਹੋ? ਨਹੀਂ ਉਹਦਾ ਫੈਮਿਲੀ ਵਿੱਚ। ਦੁਬਾਰਾ ਸਵਾਲ ਕਰੋ ਜੀ। ਹਾਂਜੀ ਕਿ ਮੇਰੇ ਮਮ ਡੈਡ ਹੈ ਨਹੀਂ ਗਾ, ਕੋਈ ਬ੍ਰਦਰ ਸਿਸਟਰ ਜਾਂ ਕੋਈ ਵੀ ਬੋਡੀ ਨੂੰ। ਠੀਕ ਹੈ ਠੀਕ ਹੈ ਜੀ। ਭੈਣ ਭਰਾ ਜਾਂ ਉਹਦੇ ਨਿਆਣਿਆਂ ਨੂੰ। ਹਾਂਜੀ ਤੁਸੀਂ ਮੰਗਵਾਉਣਾ ਚਾਹੁੰਦੇ ਹੋ? ਹਾਂਜੀ ਤੁਹਾਡਾ ਸਵਾਲ ਕੀ ਹੈ? ਉਹ ਵਿਚਾਰੇ ਗਰੀਬ ਜਿਹੇ ਹੈ, ਮੈਂ ਕਿਹਾ ਚਾਹੁੰਦਾ ਸੀ। ਤੁਸੀਂ ਕਿਸੇ ਨੂੰ ਮੰਗਵਾਉਣਾ ਚਾਹੁੰਦੇ ਆਪਣੇ ਰਿਸ਼ਤੇਦਾਰ ਨੂੰ? ਇੱਥੇ ਇੰਗਲੈਂਡ ਵਿੱਚ। ਠੀਕ ਹੈ ਜੀ, ਸੁਣੋ ਜਵਾਬ। ਹਾਂਜੀ ਵਕੀਲ ਸਾਹਿਬ ਜੀ। ਓਕੇ ਥੈਂਕ ਯੂ। ਇਹਦੇ ਕੋਲ ਬ੍ਰਿਟਿਸ਼ ਪਾਸਪੋਰਟ ਭਾਜੀ ਤੁਹਾਡੇ ਕੋਲ ਬ੍ਰਿਟਿਸ਼ ਪਾਸਪੋਰਟ ਆ?
ਹੈਲੋ ਭਾਜੀ। ਡੱਚ ਪਾਸਪੋਰਟ ਕਹਿੰਦੇ ਆ ਜੀ। ਹਾਂਜੀ, ਡੱਚ ਪਾਸਪੋਰਟ। ਡੱਚ ਪਾਸਪੋਰਟ ਕਹਿੰਦੇ, ਡੱਚ। ਠੀਕ ਹੈ ਜੀ। ਐਂਡ ਇਹ ਆਪਣੀ ਸਿਸਟਰ ਨੂੰ ਮੰਗਵਾਉਣਾ ਚਾਹੁੰਦੇ ਇਸ ਤਰ੍ਹਾਂ ਮੈਨੂੰ ਸੁਣਨ ਨੂੰ ਮਿਲਿਆ ਸੀ ਜਾਂ? ਠੀਕ ਹੈ, ਉਹ ਕਹਿੰਦੇ ਵੀ ਕੋਈ ਮੇਰਾ ਉਧਰ ਕੋਈ ਭੈਣ ਭਰਾ ਰਿਸ਼ਤੇਦਾਰ ਜਾਂ ਕਿਸੇ ਨੂੰ ਮੰਗਵਾਉਣਾ ਚਾਹਾਂ ਤਾਂ ਕਹਿੰਦੇ ਮੈਂ ਮੰਗਾ ਸਕਦਾ ਹਾਂ, ਇਹ ਸਵਾਲ ਹੈ ਉਹਨਾਂ ਦਾ। ਠੀਕ ਹੈ ਜੀ। ਜੇ ਇਹਨਾਂ ਦੇ ਕੋਈ ਬੱਚੇ ਨੇ ਉਹਨਾਂ ਨੂੰ ਮੰਗਾ ਸਕਦੇ ਆ, ਜੇ ਇਹਨਾਂ ਦਾ ਕੋਈ ਮਾਂ ਪਿਓ ਆ ਉਹਨਾਂ ਨੂੰ ਮੰਗਾ ਸਕਦੇ ਆ, ਜੇ ਕੋਈ ਹਸਬੈਂਡ ਵਾਈਫ ਹੈ ਉਹਨਾਂ ਨੂੰ ਮੰਗਾ ਸਕਦੇ ਆ। ਐਕਸਟੈਂਡਡ ਫੈਮਿਲੀ ਮੈਂਬਰ ਜਿਸ ਤਰ੍ਹਾਂ ਕਿ ਭੈਣ ਭਰਾ, ਤਾਇਆ ਚਾਚਾ, ਮਾਮਾ, ਭਤੀਜਾ ਭਾਂਜਾ, ਇਸ ਤਰ੍ਹਾਂ ਨਹੀਂ ਆਪਾਂ ਕੁਝ ਵੀ ਮੰਗਾ ਸਕਦੇ ਅੱਜ ਦੀ ਡੇਟ 'ਚ। ਜੀ ਬਹੁਤ ਬਹੁਤ ਧੰਨਵਾਦ ਹੈ ਜੀ। ਮੈਂ ਜਾਵਾਂਗਾ ਸਰਦਾਰ ਕੇਵਲ ਸਿੰਘ ਜੀ। ਕੇਵਲ ਸਿੰਘ ਜੀ, ਤੁਸੀਂ ਕੀ ਅਖੀਰ ਦੇ ਵਿੱਚ ਕਹਿਣਾ ਚਾਹੋਗੇ ਜੀ? ਬਸ ਜੀ, ਮੈਂ ਭੈਣਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਦੋਂ ਸਾਨੂੰ ਸਵਾਲ ਕਰਦੇ ਆ ਪਲੀਜ਼ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ। 2 ਵਾਰ ਫੋਨ ਕਰੋ, 4 ਵਾਰ ਫੋਨ ਕਰੋ, ਅਸੀਂ ਬੈਠੇ ਹੀ ਇਸ ਕਰਕੇ ਆ ਕਿ ਤੁਹਾਨੂੰ ਸਹੀ ਜਵਾਬ ਦੇ ਸਕੀਏ। ਆਪਣੀ ਟੈਲੀਵਿਜ਼ਨ ਪਲੀਜ਼ ਬੰਦ ਕਰ ਦਿਆ ਕਰੋ। ਇਹ ਬਾਰ-ਬਾਰ ਕਹਿਣ ਦੀ ਲੋੜ ਨਹੀਂ। ਤੁਸੀਂ ਇਹ ਦੇਖੋ, ਬਹੁਤ ਸੈਲਫਿਸ਼ ਹੁੰਦੇ ਆ। ਤੁਸੀਂ ਇੱਕ ਸਵਾਲ ਪੁੱਛਣਾ ਹੁੰਦਾ ਤੇ 10 ਮਿੰਟ ਹੈਲੋ ਹੈਲੋ ਹੀ ਕਰਦੇ ਰਹਿੰਦੇ ਆ। ਪਹਿਲੀ ਵਾਰੀ ਸਾਨੂੰ ਸਤਿ ਸ੍ਰੀ ਅਕਾਲ ਸੁਣ ਪੈਂਦੀ ਹੈ। ਮੇਰੀ ਗੱਲ ਤਾਂ ਕਰਿਓ ਕਿ ਕੋਈ ਚੀਜ਼ ਦੀ ਕੀਮਤ ਹੁੰਦੀ, ਉਹ ਕੀਮਤ ਦੀ ਕਦਰ ਜਾਣੋ ਹੈ ਜੀ। ਇਹ ਫ੍ਰੀ ਸ਼ੋਅ ਆ ਤੁਹਾਡੇ ਲਈ, ਤੁਹਾਡੇ ਵਾਸਤੇ ਹੀ ਲਾਇਆ ਹੈਗਾ। ਇਸ ਚੀਜ਼ ਦੀ ਕਾਸਟ ਆਉਂਦੀ ਆ, ਔਰ ਕਾਸਟ ਦੀ ਕਦਰ ਸਮਝੋ, ਭਾਵੇਂ ਤੁਸੀਂ ਨਹੀਂ ਦਿੰਦੇ ਜਾਂ ਕੋਈ ਵੀ ਦਿੰਦਾ ਹੈ ਜੀ। ਇਸ ਚੀਜ਼ ਨੂੰ ਵੱਧ ਤੋਂ ਵੱਧ ਫਾਇਦਾ ਉਠਾਓ। ਇਦਾਂ ਯਾਨੀ ਕਿ ਉਹਦਾ ਮਜ਼ਾਕ ਬਣਾਉਣ ਡਏ ਆ ਆਪਾਂ ਸਾਰੇ ਜਾਣੇ ਰਲ ਕੇ, ਔਰ ਇਹ ਚੰਗੀ ਗੱਲ ਨਹੀਂ। ਜੇ ਅਸੀਂ ਆਪੇ ਇੱਕ ਬੰਦਾ 10 ਮਿੰਟ ਲਾਊਗਾ ਤਾਂ ਦੂਜਾ ਭੈਣ ਭਰਾ ਦੀ ਅਸੀਂ ਕੀ ਮਦਦ ਕਰ ਸਕਾਂਗੇ ਜੀ। ਬਹੁਤ 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 ਧੰਨਵਾਦ ਕੇਵਲ ਸਿੰਘ ਜੀ। ਗੁਰਜਿੰਦਰ ਸਿੰਘ ਜੀ, ਲਾਸਟ ਵਿੱਚ ਕੀ ਕਹਿਣਾ ਚਾਹੋਗੇ? ਪਲੀਜ਼ ਹੈਵ ਯੂਰ ਕੁਐਸਚਨਸ ਰੈਡੀ। ਜੋ ਵੀ ਪੁੱਛਣਾ ਆ ਸਾਨੂੰ ਖੁੱਲ ਕੇ ਪੁੱਛੋ। ਤੇ ਇਹ ਨਹੀਂ ਕਿ ਮੈਂ ਤਾਏ ਚਾਚੇ ਨੂੰ ਪੁੱਛਣਾ, ਮੈਂ ਕੀ ਪੁੱਛਣਾ ਆ। ਉਹ ਜੱਟ ਕਾ ਸੌਦਾ ਪਲੀਜ਼ ਨਾ ਕਰੋ। ਹੁਣ ਆਪਾਂ ਪ੍ਰੋਫੈਸ਼ਨਲ ਬਣੀਏ ਇਸ। ਧੰਨਵਾਦ ਤੁਹਾਡਾ ਕੇਵਲ ਸਿੰਘ ਜੀ, ਧੰਨਵਾਦ। ਟਾਈਮ ਹੋ ਗਿਆ। ਗੁਰਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਜੀ? ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਰਿਆਂ ਦੇ ਸਵਾਲਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ। ਪਲੀਜ਼ ਅਗਲੀ ਵਾਰ ਤੁਸੀਂ ਆਪਣੇ ਸਵਾਲ ਰੈਡੀ ਰੱਖਿਓ ਤਾਂ ਆਪਾਂ ਹਾਜ਼ਰ ਹੈਗੇ ਆ ਤੁਹਾਡੇ ਸਵਾਲਾਂ ਦਾ ਜਵਾਬ ਲੈ ਕੇ। ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਸਰਦਾਰ ਕੇਵਲ ਸਿੰਘ ਜੀ ਸਨਮਾਨਯੋਗ, ਅਤੇ ਸਰਦਾਰ ਲਖਵਿੰਦਰ ਸਿੰਘ ਜੀ ਸਨਮਾਨਯੋਗ, ਤੇ ਸਨਮਾਨਯੋਗ ਸਰਦਾਰ ਗੁਰਜਿੰਦਰ ਸਿੰਘ ਜੀ ਕੇਵਲ ਔਨ ਸੋਲਿਸਟਰ। ਤੁਹਾਡੇ ਵਾਸਤੇ ਵੀਰੋ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਤੁਹਾਡੇ ਸਵਾਲਾਂ ਦੇ ਜਵਾਬ ਦੇ ਲਈਏ। ਸੋ ਬੜੀ ਸੋਹਣੀ ਗੱਲ ਸਰਦਾਰ ਕੇਵਲ ਸਿੰਘ ਜੀ ਨੇ ਆਖੀ ਹੈ ਕਿ ਪਲੀਜ਼ ਆਪਣੇ ਟੈਲੀ ਨੂੰ ਬੰਦ ਕਰ ਲਿਆ ਕਰੋ ਜੀ। ਤੇ ਸਵਾਲ ਜਿਹੜਾ ਕੋਸ਼ਿਸ਼ ਕਰੋ ਲੈਂਡਲਾਈਨ ਤੋਂ ਤੁਸੀਂ ਸਵਾਲ ਕਰੋ। ਤੇ ਕਈ ਵਾਰ ਮੋਬਾਈਲ ਦੀ ਰਿਸੈਪਸ਼ਨ ਜਿਹੜੀ ਪੂਰੀ ਆਉਂਦੀ ਆ, ਨਹੀਂ ਵੀ ਆਉਂਦੀ, ਚਲੋ ਮੋਬਾਈਲ ਤੋਂ ਵੀ ਕਰ ਸਕਦੇ ਹੋ ਤੁਸੀਂ। ਪਰ ਖਿਆਲ ਰੱਖੋ ਜੀ, ਬਹੁਤ ਸੋਹਣਾ ਮੈਸੇਜ ਸਾਨੂੰ ਜਰਮਨ ਤੋਂ ਵੀਰ ਨੇ ਦਿੱਤਾ, ਉਹਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਵੇਖਦੇ ਰਹੋ, ਇਸ ਸਭ ਦੇ ਆਪੋ ਆਪਣੇ ਵਿਚਾਰ ਹੈ ਜੀ। ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਹੈ ਜੀ। ਵੇਖਦੇ ਰਹੋ। ਆ ਰਹੇ ਹਾਂ ਫਿਰ ਅਗਲੇ ਫਰਾਈਡੇ 5:30 ਤੋਂ ਲੈ ਕੇ 6:30 ਵਜੇ ਤੱਕ ਤੁਹਾਡੇ ਸਵਾਲਾਂ ਦੇ ਜਵਾਬ ਲੈ ਕਰਕੇ ਵੇਖਦੇ ਰਹੋ। ਸਿੱਖ ਚੈਨਲ ਬੁਲਾਈਏ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।